छोटे ਨੂੰ ਪਿਆਰ ਵੱਡੇ ਨੂੰ ਪ੍ਰਣਾਮ ਨਮਸਕਾਰ ਸਤਿ ਸ਼੍ਰੀ ਅਕਾਲ ਆਦਾਬ ਨਵਨੀਤ ਆਨੰਦ ਵੌਇਸ ਅੱਜ ਕੱਲ੍ਹ ਆਸਟ੍ਰੇਲੀਆ ਤੋਂ ਅੱਜ ਗੱਲ ਕਰਨ ਜਾ ਰਹੇ ਹਾਂ ਅਸੀਂ ਐਕਟਰ ਸਿੰਗਰ ਟਰਨ ਪੋਲੀਟੀਸ਼ੀਅਨ ਐਂਡ ਸਮਾਜ ਸੇਵੀ ਜੱਸੀ ਜਸਰਾਜ ਨਾਲ। ਜੱਸੀ ਜੀ ਵੈਲਕਮ ਟੂ ਵੌਇਸ ਅੱਜ ਕੱਲ੍ਹ। हाँ जी नवनीत आनंद जी आप जी ते वॉइस अजकल दे सारे ਸਰੋਤਿਆਂ ਨੂੰ ਦਰਸ਼ਕਾਂ ਨੂੰ ਬਹੁਤ ਪਿਆਰੀ ਨਿੱਘੀ ਸਤਿ ਸ਼੍ਰੀ ਅਕਾਲ। ਕਹਿੰਦੇ ਜੱਸੀ ਜਸਰਾਜ ਦੁਨੀਆ ਤਾਂ ਕਹਿੰਦੀ ਹੈ ਵੀ ਜੱਸੀ ਪਾਗਲ ਹੈ ਤੇ ਪਰ ਜੱਸੀ ਦਾ ਆਪਣਾ ਕੀ ਕਹਿਣਾ? ਜੱਸੀ ਸੈਂਟੀਮੈਂਟਲ ਹੈ ਜੀ, ਬਿੱਕਰ ਬਾਈ ਸੈਂਟੀਮੈਂਟਲ ਸਾਡੀ ਫਿਲਮ ਆਈ ਸੀ ਸ਼ਾਇਦ ਮੇਰੇ ਸੁਭਾਅ ਤੇ ਸਾਡੇ ਪ੍ਰੋਡਿਊਸਰ ਸੰਦੀਪ ਬੰਸਲ ਤੇ ਉਹਨਾਂ ਦੀ ਟੀਮ ਨੇ ਦੇਖਿਆ ਸੀਗਾ ਵੀ ਬੰਦਾ ਜਦੋਂ ਵੀ ਕੋਈ ਵਨ ਮੈਨ ਆਰਮੀ ਬਣ ਕੇ ਕੋਈ ਵੀ ਸਬਜੈਕਟ ਤੇ ਕੰਮ ਕਰਦਾ, ਬੇਸ਼ੱਕ ਨੈਸ਼ਨਲ ਵਿਲੇਜਰ 1 ਸਾਡਾ 2012 ਚ ਗਾਣਾ ਆਇਆ ਸੀ ਤੇ ਤੇਜ਼ਾਬ 1984, ਤੇਜ਼ਾਬ 1984 ਉਹ ਵੀ 2012 ਦੇ ਵਿੱਚ ਗਾਣਾ ਆਇਆ ਸੀ 17 ਮਿੰਟ ਦਾ ਤੇ ਸਭ ਨੇ ਬਹੁਤ ਸਰਾਇਆ। ਹਰ ਧਰਮ ਦੇ ਬੰਦੇ ਨੇ ਜਿਹੜਾ 84 ਦੇ ਵਿੱਚ ਕਤਲੇਆਮ ਸਿੱਖ ਕੌਮ ਦਾ ਇੰਡੀਆ ਦੇ ਵਿੱਚ ਹੋਇਆ ਸੀਗਾ ਉਹਦੇ ਇੱਕ ਇੱਕ ਲਫ਼ਜ਼ ਨੂੰ ਪਿਆਰ ਦਿੱਤਾ, ਪਸੰਦ ਕੀਤਾ ਸੀ ਤੇ ਉਸ ਤੋਂ ਬਾਅਦ ਹੀ ਮੈਨੂੰ ਫਿਲਮ ਮਿਲੀ ਸੀ ਬਿੱਕਰ ਬਾਈ ਸੈਂਟੀਮੈਂਟਲ ਪਾਵੇ ਵਾਲੀ। ਤੇ ਅੱਜ ਵੀ ਜੇ ਲੋਕ ਸਾਨੂੰ ਕਹਿ ਦਿੰਦੇ ਆ ਬਾਈ ਪਾਗਲ ਆ ਯਾਰ ਵੀ ਇਹ ਸਿੱਧਾ ਹੀ ਬੋਲਦਾ ਤੇ ਇਹ ਜਜ਼ਬਾਤੀ ਹੈ, ਇਹ ਏਦਾਂ ਉਦਾਂ, ਤਾਂ ਮੈਂ ਉਹਨੂੰ ਕੰਪਲੀਮੈਂਟ ਵਾਂਗੂ ਲੈਣਾ ਕਿ ਹਾਂ ਯਾਰ ਆਈ ਐਮ ਅ ਹਿਊਮਨ ਬੀਇੰਗ, ਆਈ ਐਮ ਨਾਟ ਅ ਸਟੋਨ ਐਂਡ ਆਈ ਫੀਲ ਆਨਰਡ ਕਿ ਅਗਰ ਮੈਨੂੰ ਕੋਈ ਜਜ਼ਬਾਤੀ ਐਂਡ ਆਈ ਡੂ ਲਾਫ ਇਫ ਸਮਬਡੀ ਸੇਜ਼ ਦੈਟ ਕਿ ਜੱਸੀ ਪਾਗਲ ਹੈ ਵੀ ਯਾਰ ਇਹ ਜਦੋਂ ਕੋਈ ਵੀ ਸਬਜੈਕਟ ਤੇ ਕੰਮ ਕਰਦਾ ਤਾਂ ਬੰਦੇ ਦਾ ਸਿੱਧਾ ਟਾਰਗੇਟ ਰੱਖ ਕੇ ਸਿੱਧਾ ਨਾਂ ਲੈ ਕੇ ਗੱਲ ਕਰ। ਕਿਉਂਕਿ ਮੈਂ ਜਿੰਨਾ ਜੱਸੀ ਨੂੰ ਦੇਖਿਆ ਪੜ੍ਹਿਆ ਸੁਣਿਆ ਮੇਰੇ ਖਿਆਲ ਹੈ ਪਾਗਲ ਦੀ ਬਜਾਏ ਜਜ਼ਬਾਤੀ ਜ਼ਰੂਰ ਹੈ, ਜਨੂਨੀ ਜ਼ਰੂਰ ਹੈ। ਕਿਉਂਕਿ ਜਨੂਨ ਨਾ ਹੋਵੇ, ਜਜ਼ਬਾਤ ਨਾ ਹੋਵੇ ਤਾਂ ਮੈਂ ਕਿਹਾ ਕੁਝ ਵੀ ਕਰਨ ਨਿਕਲੇ ਤਾਂ ਸ਼ਾਇਦ ਅਸੀਂ ਅਚੀਵ ਨਹੀਂ ਕਰ ਪਾਉਂਦੇ ਜਿਹੜੇ ਡਿਜ਼ਾਇਰਡ ਰਿਜ਼ਲਟਸ ਹੁੰਦੇ ਆ। ਦੇਖੋ ਕੋਈ ਵੀ ਆਰਟਿਸਟ ਹੈ ਜੀ, ਚਾਹੇ ਬਾਲੀਵੁੱਡ ਹਾਲੀਵੁੱਡ ਜਾਂ ਕੋਈ ਸਾਡੇ ਇੱਧਰ ਪੰਜਾਬੀ ਇੰਡਸਟਰੀ ਦਾ ਹੋਵੇ, ਕਿਸੇ ਕਿਤੋਂ ਦਾ ਵੀ ਆਰਟਿਸਟ ਹੋਵੇ ਜਾਂ ਕੋਈ ਪੇਂਟਰ ਕਿਉਂ ਨਾ ਹੋਵੇ, ਜਦੋਂ ਤੱਕ ਉਹਦੇ ਵਿੱਚ ਜਜ਼ਬਾਤ ਨਹੀਂ ਹੋਣਗੇ ਤੇ ਪਾਗਲਪਨ ਤੇ ਜਨੂਨ ਨਹੀਂ ਹੋਊਗਾ ਉਹ ਕਦੀ ਸਕਸੈਸ ਕਰ ਹੀ ਨਹੀਂ ਸਕਦਾ। ਮੈਂ ਕਹੂੰਗਾ ਕਿਸੇ ਵੀ ਫੀਲਡ ਦਾ ਬੰਦਾ, ਤੁਹਾਡੇ 'ਚ ਆਪਣੀ ਮੰਜ਼ਿਲ ਵੱਲ ਜਾਣ ਲਈ ਰਿਕੁਆਇਰਡ ਟੈਲੈਂਟ, ਆਤਮ ਵਿਸ਼ਵਾਸ ਤੇ ਜਨੂਨ, ਡਿਟਰਮੀਨੇਸ਼ਨ, ਡੈਡੀਕੇਸ਼ਨ, ਠੀਕ ਹੈ ਨਾ, ਉਹਦੇ ਪ੍ਰਤੀ ਡਿਵੋਸ਼ਨ, ਇੰਨੀ ਅੰਧ ਭਗਤੀ ਤੁਹਾਡੀ ਉਹਦੇ ਵਿੱਚ ਚਾਹੀਦੀ ਆ ਕਿ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਮੈਂ ਇਹ ਕਰ ਸਕਦਾ, ਇਹ ਹੋਊਗਾ। ਯੂ ਹੈਵ ਟੂ ਬਲੀਵ ਇਨ ਇਟ ਤੇ ਹੁੰਦਾ ਆ। ਤੇ ਮੇਰੇ ਕੰਮ 'ਚ ਤਾਂ ਹਮੇਸ਼ਾ ਹੋਇਆ। ਦੁਨੀਆ ਤੋਂ ਲੀਹ ਤੋਂ ਹਟ ਕੇ ਕੰਮ ਕਰਨ ਦਾ ਮਜ਼ਾ ਆਉਂਦਾ ਜਦੋਂ ਸਾਰੀ ਦੁਨੀਆ ਇੱਕ ਹਵਾ 'ਚ ਤੁਰੀ ਜਾਂਦੀ ਹੋਵੇ ਤਾਂ ਹਵਾ 'ਚ ਤਾਂ ਪੱਤੇ ਉੱਡੀ ਜਾਂਦੇ, ਹਵਾ ਜਿੱਧਰ ਮਰਜ਼ੀ ਲਈ ਫਿਰਦੀ ਹੈ ਬਥੇਰਿਆਂ ਨੂੰ। ਅਸੀਂ ਲੀਹ ਤੋਂ ਉਲਟ ਚੱਲਦੇ ਹਾਂ, ਹਵਾ ਤੋਂ ਉਲਟ ਚੱਲਦੇ ਹਾਂ ਤੇ ਫਿਰ ਵੀ ਜੇ ਕਾਮਯਾਬ ਹੁੰਦੇ ਆ ਇਟ ਮੀਨਸ ਉਸ ਦਾਤੇ ਦਾ ਸਾਡੀ ਮਿਹਨਤ ਤੇ ਵਿਸ਼ਵਾਸ ਹੈਗਾ। ਬਿਲਕੁਲ ਬਿਲਕੁਲ। ਮੈਂ ਜੱਸੀ ਜੀ ਨੂੰ ਨਾ ਬੜੀ ਤਕਲੀਫ ਹੁੰਦੀ ਆ ਦੇਖ ਕੇ ਜਦੋਂ ਪੰਜਾਬ ਦੇ ਵਿੱਚ ਵਾਪਸ ਗੁਰੂ ਸਾਹਿਬ ਦੀ ਦਿੱਤੀ ਹੋਈ ਦਸਤਾਰ, ਸਿਰ ਦਾ ਤਾਜ ਜਦੋਂ ਅਸੀਂ ਉਤਰੀ ਹੋਈ ਦੇਖਦੇ ਆ, ਰੁਲੀ ਹੋਈ ਦੇਖਦੇ ਆ, ਬਹੁਤ ਤਕਲੀਫ ਹੁੰਦੀ ਹੈ। ਜ਼ਿੰਮੇਵਾਰ ਕੌਣ ਹੈ ਇਹਦਾ? ਦੇਖੋ ਜਿਹੜੇ ਧਰਮ ਦੇ ਠੇਕੇਦਾਰ ਬਣੀ ਬੈਠੇ ਨੇ, ਜਿਹੜੀਆਂ ਪੋਲੀਟੀਕਲ ਪਾਰਟੀਆਂ ਗਵਰਨ ਕਰਦੀਆਂ ਨੇ, ਧਰਮ ਦੇ ਉੱਤੇ ਕਬਜ਼ਾ ਕਰੀ ਬੈਠੀਆਂ ਨੇ, ਉਹ ਲੋਕਾਂ ਨੂੰ ਜਿਹਨੂੰ ਸਹੀ ਸੇਧ ਵੱਲ ਲੈ ਕੇ ਨਹੀਂ ਜਾਂਦੀਆਂ। ਉਹ ਜਿੱਥੇ ਪੈਸਾ ਲੱਗਣਾ ਚਾਹੀਦਾ, ਧਰਮ ਦੀ ਐਜੂਕੇਸ਼ਨ, ਪੱਗ ਦੀ ਇੱਜ਼ਤ, ਆਨਰ, ਉਹਦੇ ਪ੍ਰਤੀ ਜਾਗਰੂਕ ਨਹੀਂ ਕਰਦੀਆਂ। ਉਹ ਖੁਦ ਹੀ ਇੱਕ ਦੂਜੇ ਦੀ ਦਸਤਾਰ ਲਾ ਦਿੰਦੀਆਂ ਨੇ ਗੱਦੀ ਪਿੱਛੇ। ਸੋ ਇਟਸ ਆਲ ਦਾ ਪੋਲੀਟੀਕਲ ਗੇਮ। ਉਹਨਾਂ ਨੇ, ਪੋਲੀਟੀਕਲ ਮਾਸਟਰਸ ਨੇ ਧਰਮ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਕੀਤਾ ਜੀ। ਤੇ ਜਿਹੜੇ ਆਮ ਲੋਕ ਨੇ, ਜਿਹੜੇ ਲੰਗਰ ਲਾਉਂਦੇ ਆ, ਜਿਨ੍ਹਾਂ ਨੇ ਵਰਲਡ ਦੇ ਕੋਨੇ-ਕੋਨੇ ਦੇ ਵਿੱਚ ਗੁਰੂ ਘਰ ਜਾਂ ਮੰਦਿਰ, ਗਿਰਜਾ ਘਰ ਬਣਾ ਕੇ ਆਪਣੇ ਪੁਰਾਤਨ ਜਿਹੜੇ ਸਾਡੇ ਗੁਰੂਆਂ ਪੀਰਾਂ ਦੇ ਦਿੱਤੇ ਹੋਏ ਅਸੂਲ ਨੇ, ਰਸਤੇ ਨੇ, ਉਹ ਨਹੀਂ ਛੱਡੇ। ਉਹਨਾਂ ਕਰਕੇ ਇਨਸਾਨੀਅਤ ਬਚੀ ਹੋਈ ਆ। ਬਾਕੀ ਧਾਰਮਿਕ ਠੇਕੇਦਾਰਾਂ ਨੇ ਤਾਂ ਕਿਸੇ ਧਰਮ ਦਿਆਂ ਨੇ ਵੀ ਲੁੱਟਣ 'ਚ ਕੋਈ ਕਸਰ ਨਹੀਂ ਛੱਡੀ। ਕਹਿੰਦੇ ਵੀ ਜੱਸੀ ਪੰਜਾਬ ਤੇ ਪੰਜਾਬੀਅਤ ਲਈ ਹਮੇਸ਼ਾ ਹੀ ਲੜਦਾ ਰਿਹਾ ਤੇ ਮੇਰੇ ਖਿਆਲ ਅੱਜ ਤੁਸੀਂ ਕੈਨੇਡਾ ਦੇ ਵਿੱਚ ਆਪਣੀ ਫੈਮਿਲੀ ਕੋਲ ਬੈਠੇ ਹੋਏ ਹੋ। ਕੈਨੇਡਾ ਦੇ ਵਿੱਚ ਬੈਠ ਕੇ ਪੰਜਾਬੀਅਤ ਦੀ ਲੜਾਈ ਕਿਵੇਂ ਲੜ ਰਹੇ ਹੋ ਤੁਸੀਂ? ਦੇਖੋ ਮੈਂ 15 ਦਿਨ ਪਹਿਲਾਂ ਨਵਨੀਤ ਜੀ ਆਇਆ ਇੱਥੇ ਕੈਨੇਡਾ ਦੇ ਵਿੱਚ। ਹਾਂਜੀ। ਕਿਉਂਕਿ ਮੇਰੀ ਬੇਟੀ ਦਾ 1 ਸਤੰਬਰ ਨੂੰ ਬਰਥਡੇ ਸੀ, ਛੋਟੇ ਵਾਲੇ। ਅਰੇ ਵਾਹ, ਅਰੇ ਵਾਹ। ਸਭ ਤੋਂ ਪਹਿਲਾਂ ਤਾਂ ਜੀ ਹੈਪੀ ਬਰਥਡੇ ਟੂ ਦ ਲਿਟਲ ਵਨ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਸੋ ਠੀਕ ਹੈ, ਆਪਾਂ ਜਿਹੜੀ ਲੜਾਈ ਲੜਦੇ ਹਾਂ ਪਿਛਲੇ 5-6 ਸਾਲ ਪੋਲੀਟੀਕਲ ਦੇ ਵਿੱਚ, ਜੱਸੀ ਵਾਸ ਦਾ ਓਨਲੀ ਪਰਸਨ ਜਿਹਨੇ ਲੱਤ ਮਾਰੀ ਐਮਐਲਏ ਦੀ ਸੀਟ ਨੂੰ ਤੇ ਸੱਚ ਨੂੰ ਸੱਚ ਕਿਹਾ, ਚਾਹੇ ਕੇਜਰੀਵਾਲ ਸੀ ਚਾਹੇ ਕੋਈ ਹੋਰ ਹੋਵੇ। ਜੇ ਅਸੀਂ
ਜਿਹੜੀਆਂ ਰੂਲਿੰਗ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਦੀਆਂ ਐਟਰੋਸਿਟੀਜ਼, ਉਹਨਾਂ ਦੇ ਕਰਪਸ਼ਨ, ਉਹਨਾਂ ਦੇ ਆਪਾਂ ਜਿਹੜੇ ਜਿੱਥੇ ਲੁੱਟ ਖਸੁੱਟ ਕਰਦੇ ਆ, ਅਸੀਂ ਅਗਰ ਉਹਨਾਂ ਦੇ ਭੇਦ ਖੋਲਦੇ ਆ ਤਾਂ ਕਹਿੰਦੇ ਆ ਵੀ ਤੁਹਾਨੂੰ ਆਪਣੇ ਘਰੇ ਵੀ ਝਾਤ ਮਾਰਨੀ ਚਾਹੀਦੀ ਹੈ। ਜਿੱਥੇ ਸਾਡੀ ਪਾਰਟੀ 'ਚ ਕੁਝ ਗੜਬੜ ਹੁੰਦੀ ਸੀ ਤੇ ਮੈਂ ਬੋਲਦਾ ਸੀ, ਉਹ ਕਹਿੰਦੇ ਨਹੀਂ ਯਾਰ ਐਸਾ ਨਹੀਂ, ऐसे नहीं चलता, थोड़ा वो होता है। मैं कहा ऐसे कैसे होता, ਫਿਰ ਜੇਕਰ ਦੂਜੀਆਂ ਪਾਰਟੀਆਂ ਜੋ ਚੱਲਦਾ ਉਹੀ ਤੇ ਤੁਸੀਂ ਆਪਣੀ ਪਾਰਟੀ 'ਚ ਕਰੋਗੇ ਤਾਂ ਕਿੱਦਾਂ ਚੱਲੂ। ਤੇ ਉਹਦੇ ਵਿੱਚ 5-6 ਸਾਲ ਆਪਣੇ ਜ਼ਿੰਦਗੀ ਦੇ ਸਮਝ ਲਓ ਇਨਵੈਸਟ ਕੀਤੇ, ਆਪਣਾ ਕੰਮ ਛੱਡਿਆ। ਤੁਸੀਂ ਵੀ ਦੇਖਿਆ ਵੀ 2013 ਦੇ ਵਿੱਚ ਮੈਂ ਆਸਟ੍ਰੇਲੀਆ ਆਇਆ ਸੀਗਾ ਤੇ ਉਦੋਂ ਇੱਕ ਕਲਾਕਾਰ ਆਇਆ ਸੀ 2013 'ਚ, ਪਰ ਉਹ ਤੋਂ ਬਾਅਦ 2014 ਦੇ ਜਨਵਰੀ ਦੇ ਵਿੱਚ ਜਦੋਂ ਪੋਲੀਟੀਕਲ ਪਾਰਟੀ 'ਚ ਆਇਆ 2014 ਤੋਂ 2019 ਤੱਕ, ਤੁਸੀਂ ਮੈਨੂੰ ਇੱਕ ਬੰਦਾ ਦੱਸੋ ਪੰਜਾਬੀ ਇੰਡਸਟਰੀ ਦਾ ਜਿਹਨੇ ਆਪਣਾ ਸਭ ਕੁਝ ਛੱਡ ਦਿੱਤਾ ਹੋਵੇ ਇੱਕ ਨਵੀਂ ਪਾਰਟੀ ਦਾ ਬੂਟਾ ਲਾਉਣ ਲਈ। ਕੋਈ ਨਹੀਂ ਹੈਗਾ ਐਸਾ, ਕੋਈ ਐਸਾ ਜਨੂੰਨ ਨਹੀਂ ਸੀ ਰੱਖਦਾ, ਕੋਈ ਐਡਾ ਵੱਡਾ ਰਿਸਕ ਲੈਂਦਾ ਨਹੀਂ। ਤੇ ਅਸੀਂ ਸੱਚ ਨੂੰ ਸੱਚ ਕਹਿੰਦੇ ਆ, ਸਾਡਾ ਬਸ ਇਹੀ ਸਭ ਤੋਂ ਵੱਡਾ ਕਸੂਰ ਹੈ ਜੀ। ਜੱਸੀ ਕਹਿੰਦੇ ਵੀ ਦਿਮਾਗ ਤੋਂ ਘੱਟ ਤੇ ਦਿਲ ਤੋਂ ਜ਼ਿਆਦਾ ਸੋਚਦਾ। ਤੇ ਪੰਜਾਬ ਦੇ ਯੂਥ ਨੂੰ ਨਾਰਮਲੀ ਮੈਂ ਦੇਖਿਆ ਵੀ ਜੱਸੀ ਜਸਰਾਜ ਲਾਂਤਾ ਪਾਉਂਦੇ ਹੀ ਨਜ਼ਰ ਆਉਂਦੇ ਆ, ਪਿਆਰ ਨਾਲ ਨਹੀਂ ਸਮਝਾਇਆ ਜਾਂਦਾ। ਨਹੀਂ ਐਸੀ ਗੱਲ ਨਹੀਂ ਹੈ ਜੀ। ਜਿਹੜੇ ਹੁਣ ਵੈਨ ਇਨ ਰੋਮ ਡੂ ਐਸ ਦਾ ਰੋਮਨਸ ਡੂ, ਆਪਾਂ ਉੱਥੇ ਪੰਜਾਬ ਦੇ ਵਿੱਚ ਸਾਰੇ ਜਣੇ ਜਿੱਥੇ ਸੀਗੇ ਉੱਥੇ ਸਾਰੇ ਪੰਜਾਬੀ ਬੋਲਦੇ ਸੀ, ਰਾਈਟ। ਆਸਟ੍ਰੇਲੀਆ, ਇੰਗਲੈਂਡ, ਅਮਰੀਕਾ ਕਿਤੇ ਵੀ ਗਏ ਆ ਤਾਂ ਸਾਨੂੰ ਅੰਗਰੇਜ਼ੀ ਸਿੱਖਣੀ ਪਈ। ਜਿਹੜੀ ਲੈਂਗੁਏਜ ਸਾਹਮਣੇ ਵਾਲੇ ਬੋਲਦੇ ਉਹ ਲੈਂਗੁਏਜ ਤੁਹਾਨੂੰ ਬੋਲਣੀ ਪਊ। ਤੇ ਜਿਹੜੇ ਕੋਈ ਯੂਥ ਜਿਹੜਾ ਗੰਦੀ ਸ਼ਬਦਾਵਲੀ ਵਰਤਦਾ, ਜਿਹੜਾ ਭੈੜੀ ਸ਼ਬਦਾਵਲੀ 'ਚ ਗੱਲ ਕਰਕੇ ਆਪਣੇ ਆਪ ਨੂੰ ਸੋਚਦਾ ਕਿ ਮੈਂ ਬਹੁਤ ਵੱਡਾ ਹੋ ਗਿਆ, ਤੇ ਭਾਜੀ ਉਹਨੂੰ ਉਸੇ ਦੀ ਜ਼ੁਬਾਨ 'ਚ ਜਵਾਬ ਦੇਣਾ ਪਊਗਾ ਨਾ। ਪਿਆਰ ਨਾਲ ਜਿਹਨੂੰ ਸਮਝਾਉਣ ਵਾਲੀ ਗੱਲ ਉਹਨੂੰ ਪਿਆਰ ਨਾਲ ਸਮਝਾਈਦਾ। ਤੇ ਜਿੱਥੇ ਕਿਸੇ ਨੂੰ ਆਪਣੇ ਥੋੜਾ ਜਿਹਾ ਖਿੱਚਣਾ ਹੁੰਦਾ ਉੱਥੇ ਉਹ ਜ਼ਰੂਰੀ ਵੀ ਹੈ। ਕਹਿੰਦੇ ਵੀ ਬਿੱਕਰ ਬਾਈ ਨਾ ਫਿਰ ਤੋਂ ਸੈਂਟੀਮੈਂਟਲ ਹੋ ਗਿਆ। ਕਾਫੀ ਦੇਰ ਬਾਅਦ ਮੇਰੇ ਖਿਆਲ ਨਾਲ ਤੁਹਾਡਾ ਫਿਲਮ ਤੇ ਸੌਂਗ ਜਿਹਦਾ ਟਾਈਟਲ ਹੈ ਮੂਸਾ, ਮੇਰੇ ਖਿਆਲ 18 ਸਤੰਬਰ ਨੂੰ ਸ਼ਾਇਦ ਰਿਲੀਜ਼ ਹੋਣ ਜਾ ਰਿਹਾ। ਇਹ ਟਾਈਟਲ ਦੇ ਪਿੱਛੇ ਕੋਈ ਰਾਜ? ਨਹੀਂ ਜੀ, ਸਾਡਾ ਇੱਕ ਕਰੈਕਟਰ ਹੈ, ਸਾਡਾ ਨੈਸ਼ਨਲ ਵਿਲੇਜਰ ਇੱਕ ਟਰੈਕ ਆਇਆ ਸੀਗਾ 2012 13 ਅਪ੍ਰੈਲ ਵਿਸਾਖੀ ਵਾਲੇ ਦਿਨ। ਯੈਸ। ਉਹ 10 ਮਿੰਟ ਦਾ ਟਰੈਕ ਸੀ ਤੇ ਸਾਰੀ ਦੁਨੀਆ ਦੇ ਵਿੱਚ, ਪਿੰਡ ਪਿੰਡ ਦੇ ਵਿੱਚ ਤੇ ਹਰ ਕੰਟਰੀ ਦੇ ਵਿੱਚ ਲੋਕਾਂ ਨੇ ਪਸੰਦ ਕੀਤਾ ਸੀ। ਤੇ ਅਸੀਂ ਉਦੋਂ ਵੀ ਜਿਹੜੀ ਕੋਈ ਸਾਡੇ ਸੰਗੀਤ 'ਚ ਗੰਦਗੀ ਹੈ ਉਹਦੇ ਖਿਲਾਫ ਆਵਾਜ਼ ਚੱਕੀ ਸੀ। ਤੇ ਹੁਣ ਨੈਸ਼ਨਲ ਵਿਲੇਜਰ 2 ਮੂਸਾ ਦਾ ਫਿਲਮ ਉਹ ਆ ਰਹੀ ਹੈ ਜੀ 18 ਸਤੰਬਰ 2020 ਨੂੰ, ਯਾਨੀ ਕਿ ਪਰਸੋਂ ਚੌਥ ਤੱਕ ਆਏਗੀ। ਤੇ ਉਦੋਂ ਤੁਸੀਂ ਦੇਖਿਓ ਕਿ ਉਹਦੇ ਵਿੱਚ ਵੀ ਅਸੀਂ ਜਿਹੜੀਆਂ ਅੱਜ ਦੀਆਂ ਐਟਰੋਸਿਟੀਜ਼ ਨੇ, ਚਾਹੇ ਮਿਊਜ਼ਿਕ ਰਿਲੇਟਡ ਨੇ, ਚਾਹੇ ਕਰਪਸ਼ਨ ਰਿਲੇਟਡ ਹੈ, ਚਾਹੇ ਸਾਡੇ ਲੀਡਰ ਚਾਹੇ ਵੇਚ ਕੇ ਖਾ ਗਏ, ਤੇ ਇੰਡੀਆ ਪਾਕਿਸਤਾਨ ਦੇ 2 ਫੌਜੀਆਂ ਦੀ ਕਹਾਣੀ ਹੈ। ਉਹ ਦੋਨੋਂ ਸਰਹੱਦ ਤੇ ਖੜੇ ਹੈ, ਉਹਨਾਂ ਦੀ ਗੱਲਬਾਤ 'ਚ, ਉਹਨਾਂ ਦੇ ਆਪਸੀ ਕਟਾਕਸ਼ ਦੇ ਵਿੱਚੋਂ ਕਈ ਵਾਰੀ ਗੋਲੀ ਚਲਾਈ ਤੋਂ ਬਿਨਾਂ ਜ਼ੁਬਾਨ ਤੋਂ ਵੀ ਬੰਦੇ ਨੂੰ ਚਿੱਤ ਕੀਤਾ ਜਾਂਦਾ। ਤੇ ਦੋਨੋਂ ਉੱਥੇ ਦਵੰਦ ਯੁੱਧ ਚੱਲ ਰਿਹਾ ਵਿਚਾਰਾਂ ਦਾ, ਉੱਥੋਂ ਗੱਲ ਸ਼ੁਰੂ ਹੋ ਕੇ ਐਂਡ ਕਿੱਥੇ ਜਾ ਕੇ ਖਤਮ ਹੁੰਦੀ ਹੈ, ਇਹੀ ਸਟੋਰੀ ਹੈ ਸਾਡੀ ਨੈਸ਼ਨਲ ਵਿਲੇਜਰ ਮੂਸਾ ਦਾ ਫਿਲਮ ਦੀ। ਤੇ ਮੂਸਾ ਇੱਕ ਕਰੈਕਟਰ ਹੈ ਸਾਡਾ ਉਸ ਫਿਲਮ ਦਾ ਜਿਹੜਾ ਬਹੁਤ ਓਵਰ ਕੌਨਫੀਡੈਂਟ ਹੈ, ਜਿਹਨੂੰ ਤਾਜੀ ਸਕਸੈਸ ਮਿਲੀ ਹੈ। ਤੇ ਜਿਵੇਂ ਕਹਿੰਦੇ ਨਾ, ਭੁੱਖਾ ਜੱਟ ਕਟੋਰਾ ਲੱਭਾ ਪਾਣੀ ਪੀ ਪੀ ਆਖ ਰਿਹਾ। ਤੇ ਉਹ ਸਕਸੈਸ ਉਹਨੂੰ ਹਜਮ ਨਹੀਂ ਹੋ ਰਹੀ, ਉਹ ਜਣੇ ਖਣੇ ਦੇ ਗੱਲ ਨੂੰ ਪੈਣ ਲੱਗ ਪਿਆ। ਜਿਹੜੇ ਕੋਈ ਸੀਨੀਅਰ ਜੂਨੀਅਰ, ਤਾਂ ਉਹ ਉਸ ਮੂਸੇ ਨੂੰ ਉਹ ਫੌਜੀ ਕਿਵੇਂ ਕੰਟਰੋਲ ਕਰਦਾ ਆ, ਤੇ ਉਹ ਸਾਰਾ ਉਸ ਫਿਲਮ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ। ਜਿਵੇਂ ਤੁਸੀਂ ਮੇਰੀ ਵਰਡ ਯੂਜ਼ ਕੀਤਾ ਵੀ ਜਣੇ ਖਣੇ ਨੂੰ ਉਹ ਟੁੱਟ ਕੇ ਪੈਣ ਲੱਗ ਗਿਆ, ਮੈਨੂੰ ਲੱਗਦਾ ਪੰਜਾਬ 'ਚ ਰਿਵਾਜ ਇਹ ਹੋ ਗਿਆ ਵੀ ਇੱਕ ਕਲਾਕਾਰ ਦੂਸਰੇ ਕਲਾਕਾਰ ਨੂੰ ਵੰਗਾਰਦਾ ਫਿਰਦਾ ਸੋਸ਼ਲ ਮੀਡੀਆ ਤੇ ਵੀ ਆ ਜਾ ਦੇਖ ਲਾਂਗੇ, ਕੱਟ ਲਾਂਗੇ, ਵੱਢ ਲਾਂਗੇ, ਤੇ ਨਾਲ ਨਾਲ ਉਹਦੇ ਕੁਝ ਫੋਲੋਅਰਸ ਅਮਰੀਕਾ ਨੂੰ ਉਸ ਤੋਂ ਪਹਿਲਾਂ ਝੰਡਾ ਚੱਕ ਕੇ ਲੜਾਈ ਕਰਨੀ ਸ਼ੁਰੂ ਕਰ ਦਿੰਦੇ। ਪਿੱਛੇ ਜੇ ਬੱਬੂ ਮਾਨ ਤੇ ਸਿੱਧੂ ਮੂਸੇਵਾਲਾ ਦਾ ਜਿਵੇਂ ਐਪੀਸੋਡ ਦੇਖਿਆ, ਤੇ ਮੈਂ ਹੁਣ ਤੁਹਾਡੇ ਜਦੋਂ ਸੌਂਗ ਤੁਸੀਂ ਰਿਲੀਜ਼ ਕਰਨ ਦੀ ਮੈਂ ਖਬਰ ਪਾਈ ਸੀਗੀ, ਉਦੋਂ ਵੀ ਕੁਝ ਬੰਦਿਆਂ ਨੇ ਉੱਠ ਕੇ ਇਸ ਗੱਲ ਤੇ ਆਪਣੀ ਨਾਰਾਜ਼ਗੀ ਜਤਾਈ। ਦੇਖੋ ਮੈਂ ਇਹ ਤਾਂ ਹੁਣ ਇੱਕ ਦੂਜੇ ਨਾਲ ਕੋਈ ਕਹਿੰਦੇ ਜੀ ਟਾਈਮ ਬੰਨ ਲਾ, ਅਸੀਂ ਕੁੱਟ ਦਾਂਗੇ, ਮਾਰ ਦਾਂਗੇ, ਜਿਹੜੇ ਫੈਨ ਵੀ ਲੱਗੇ ਹੋਏ ਆ, ਰਾਈਟ। ਤੇ ਅਸੀਂ, ਮੈਂ ਕਹਿੰਦਾ ਵੀ ਜਿਹੜੀ ਕਲਮ ਹੈ ਨਾ ਜੀ ਨਵਨੀਤ ਜੀ, ਕਲਮ ਦੀ ਲੜਾਈ ਕਲਮ ਨਾਲ ਲੜੀ ਜਾਣੀ ਚਾਹੀਦੀ ਹੈ। ਕਿਰਪਾਨਾਂ ਚੱਕ ਕੇ ਇੰਨੇ ਵਰਲਡ ਵਾਰ ਹੋਲੇ, ਬੰਦੂਕਾਂ ਤੋਪਾਂ, ਠੀਕ ਹੈ, ਰਾਕਟ ਲਾਂਚਰ, ਜਹਾਜ਼ਾਂ ਨਾਲ ਨਿਕਲਿਆ ਕਿ ਅਖੀਰ ਨੂੰ ਕੰਪਰੋਮਾਈਜ਼। ਤੇ ਜਿਹੜੀ ਲੜਾਈ ਤਲਵਾਰ ਨਾਲ ਹੋਣੀ ਉੱਥੇ ਤਲਵਾਰ ਚੱਲੂਗੀ, ਜਿੱਥੇ the pen is the mightiest sword, absolutely right। ਤੇ ਜਿਹੜੀ ਕਲਮ ਦੀ ਲੜਾਈ ਹੈ, ਇੱਕ ਹੈਗੀ ਆ ਡਿਸਟਰਕਟਿਵ ਕਲਮ, ਜਿਹੜੀ ਬੱਚੇ ਨੂੰ ਡਿਸਟਰਕਟਿਵ ਗਾਣੇ ਸੁਣਾ ਕੇ ਪ੍ਰੇਰਿਤ ਕਰਦੀ ਹੈ, ਗੈਂਗ ਵਾਰ, ਗੁੰਡਾਗਰਦੀ ਦਾ ਹੂਲੀਗੈਨਿਜ਼ਮ, ਰਾਈਟ। ਇੱਕ ਫੇਕ ਵਰਲਡ ਦੇ ਵਿੱਚ ਲੈ ਕੇ ਜਾਂਦੀ ਆ।
ਅਸੀਂ ਕਹਿੰਦੇ ਆ ਉਹਦੇ ਸਾਹਮਣੇ ਤੁਸੀਂ ਇੱਕ ਓਰੀਜਨਲ ਸੱਚਾਈ ਵਾਲੀ ਕਲਮ ਰੱਖੋ, ਕਿਉਂਕਿ ਅਗਰ ਤੁਸੀਂ ਉਹਨਾਂ ਨੂੰ ਗੁੰਡੇ ਬਣਾਉਣ ਲੱਗ ਪਏ ਜਾਂ ਗੈਂਗ ਵਾਰ ਦੇ ਵਿੱਚ ਜਾਂ ਬੰਦੂਕਾਂ ਪ੍ਰਤੀ ਪ੍ਰੇਰਿਤ ਕਰਨ ਲੱਗ ਪਏ, ਤਾਂ ਜਿਹੜਾ ਬੱਚਾ ਆ ਉਹ ਗੰਦੀ ਚੀਜ਼ ਵੱਲ ਜਾਂ ਤੱਤੀ ਚੀਜ਼ ਵੱਲ ਛੇਤੀ ਜਾਂਦਾ। ਤਾਂ ਸਾਡਾ ਯੂਥ ਤਾਂ ਪਹਿਲਾਂ ਹੀ ਤਬਾਹ ਹੋ ਰੱਖਿਆ ਪੰਜਾਬ ਦਾ, ਤੇ ਹੁਣ ਅਸੀਂ ਕੀ ਆ ਬਲਦੀ 'ਚ ਹੋਰ ਤੇਲ ਪਾਉਣਾ। ਤੇ ਅਸੀਂ ਉਸ ਕਲਮ ਦੇ ਵਿਰੁੱਧ ਇੱਕ ਆਪਣੀ ਕਲਮ ਚੱਕੀ ਹੈ। ਕਲਮ ਦਾ ਜਵਾਬ ਕਲਮ ਨਾਲ ਦੇਤਾ, ਬਾਪ ਸਭ ਦਾ ਹੀ ਹੁੰਦਾ, ਰੱਖੀ ਇੱਕੋ ਗੱਲ ਚੇਤਾ। ਸੋ ਮੈਂ ਉਹੀ ਜਿਹੜੀ ਲਾਈਨ ਹੈ ਅਸੀਂ ਲੋਕਾਂ ਨੂੰ ਕਹਿੰਦੇ ਆ ਨਵਨੀਤ ਜੀ, ਕਿ ਅਗਰ ਉਹ ਕਹਿੰਦੇ ਜੀ ਲੋਕੀ ਏਦਾਂ ਦੇ ਗਾਣੇ ਸੁਣਦੇ ਆ, ਮੈਂ ਕਿਹਾ ਚੰਗੇ ਗੀਤਾਂ ਨੂੰ ਲੋਕ ਪੈਸੇ ਨਹੀਂ ਦਿੰਦੇ। ਜਿਹੜੇ ਤੱਤਾ ਗਾਉਂਦੇ ਨੇ ਉਹਨਾਂ ਨੂੰ ਤਾਂ ਕਹਿੰਦੇ ਬਾਈ ਇਹਨੂੰ ਬੁਲਾ ਲਓ, ਗੋਲੀਆਂ ਚਲਾਵਾਂਗੇ ਵਿਆਹ ਤੇ, ਮਜ਼ਾ ਆਊਗਾ। ਲੋਕੀ ਖੁਦ ਵੀ ਜ਼ਿੰਮੇਵਾਰ ਨੇ। ਤੇ ਫਿਰ ਅਸੀਂ ਕਹਿੰਦੇ ਜੇ ਚੰਗੀ ਕਲਮ ਨੂੰ ਤੁਸੀਂ ਆਪਣਾ ਦਸਵੰਧ ਨਹੀਂ ਦੇਣਾ ਬੈਠਿਆਂ ਨੇ, ਫਿਰ ਫੋਰਨ ਕੰਟਰੀਜ਼ ਦੇ ਵਿੱਚ ਜਾ ਕੇ ਚਾਹੇ ਕਿਤੇ ਵੀ ਤੁਸੀਂ, ਚਾਹੇ ਆਪਣੇ ਇੰਡੀਆ ਵਿੱਚ ਜਿੰਨਾ ਮਰਜ਼ੀ ਪੈਸਾ ਕਮਾ ਲਓ, ਜੇ ਤੁਹਾਡਾ ਬੱਚਾ ਹੀ ਡਰੱਗਸ 'ਚ ਪੈ ਗਿਆ, ਜੇ ਤੁਹਾਡਾ ਬੱਚਾ ਹੀ ਬੰਦੂਕ ਚੱਕ ਕੇ ਘੁੰਮਣ ਨੂੰ ਟੌਰ ਸਮਝਣ ਲੱਗ ਪਿਆ, ਜੇ ਤੁਹਾਡਾ ਬੱਚਾ ਹੀ ਪੜ੍ਹਾਈ ਛੱਡ ਕੇ ਕਿਸੇ ਹੋਰ ਪਾਸੇ ਨੂੰ ਗੁੰਮਰਾਹ ਹੋ ਗਿਆ, ਠੀਕ ਹੈ, ਤਾਂ ਫਿਰ ਬਾਈ ਜੀ ਤੁਸੀਂ ਤਾਂ ਜੋ ਮਰਜ਼ੀ ਕਮਾ ਲਓ, ਜਿੱਡਾ ਮਰਜ਼ੀ ਮਹਿਲ ਪਾ ਲਓ, ਉਹ ਬੱਚਾ ਤਾਂ ਤੁਹਾਡਾ ਅੱਜ ਗਿਆ ਤੇ ਕੱਲ ਗਿਆ, ਤੁਹਾਨੂੰ ਪਤਾ ਹੀ ਨਹੀਂ ਲੱਗਣਾ। ਫਿਰ ਕੀ ਜਿੱਡਾ ਮਹਿਲ ਪਾਇਆ ਉਹਨੂੰ ਬਜ਼ੁਰਗ ਮਾਂ-ਬਾਪ ਕੁੰਡੀਆਂ ਲਾਉਂਦੇ ਰਹਿ ਜਾਣਗੇ। ਸੋ ਚੰਗੀ ਗਾਇਕੀ ਨੂੰ ਆਪਣਾ ਦਸਵੰਧ ਦਿਓ। ਸਾਡਾ ਜਿਹੜਾ ਗੀਤ ਨੈਸ਼ਨਲ ਵਿਲੇਜ 2 ਮੂਸਾ ਦਾ ਫਿਲਮ ਹੈ, ਅਸੀਂ ਗੜ ਕੇ ਕਹਿੰਦੇ ਆ ਬਾਈ ਜੀ ਅਸੀਂ ਕਰਜ਼ਾ ਲੈ ਕੇ ਬਣਾਇਆ, ਅਸੀਂ ਲੋਕਾਂ ਦੇ ਹਿੱਤ ਲਈ ਬਣਾਇਆ, ਇੱਕ ਸੋਸ਼ਲ ਮੈਸੇਜ ਦਊਗਾ। 2.5 ਲੱਖ ਰੁਪਏ ਦੀ ਕੀਮਤ ਹੈ ਇੱਕ ਵਾਰ ਸੁਣਨ ਦੀ। ਜਿਹਦੇ ਕੋਲ ਕਰੋੜਾਂ ਅਰਬਾਂ ਪਏ ਹੈ ਉਹ ਕਿਤੇ ਜੀ ਧਾਰਮਿਕ ਸਥਾਨਾਂ 'ਚ ਦੇਈ ਜਾਂਦਾ ਜਿੱਥੇ ਪਹਿਲੇ ਪੁਜਾਰੀ ਠੱਗ ਬੈਠੇ ਨੇ, ਠੀਕ ਹੈ ਜੀ। ਤੇ ਤੁਸੀਂ ਚੰਗੀਆਂ ਕਲਮਾਂ ਨੂੰ ਪੈਸੇ ਦਿਓ, ਚੰਗੀਆਂ ਕਲਮਾਂ ਤੇ ਇਨਵੈਸਟਮੈਂਟ ਕਰੋ, ਕਿਉਂਕਿ ਜੇ ਚੰਗੀ ਕਲਮ, ਚੰਗੇ ਗੀਤ, ਚੰਗੀਆਂ ਫਿਲਮਾਂ ਲੋਕਾਂ ਕੋਲ ਜਾਣਗੀਆਂ, ਜੇ ਚੰਗੇ ਹੀਰੋ ਜਾਂ ਚੰਗੇ ਐਂਟਰਟੇਨਰ ਸਾਡਾ ਯੂਥ ਲੱਭੂਗਾ, ਤਾਂ ਬਾਈ ਜੀ ਉਦਾਂ ਦੇ ਬਣਨ ਦੀ ਕੋਸ਼ਿਸ਼ ਕਰੂਗਾ। ਤੇ ਜੇ ਡੌਨ ਗੈਂਗਸਟਰ ਇਹੋ ਜਿਹੇ ਗਾਣੇ ਸੁਣੂਗਾ ਤਾਂ ਫਿਰ ਬਾਈ ਜੀ ਉਦਾਂ ਦਾ ਬਣੂਗਾ। ਹੁਣ ਚੋਇਸ ਹੀ ਸਿਓ। ਮੇਰੇ ਖਿਆਲ ਨਾਲ ਨਾ ਅੱਜ ਦੀ ਡੇਟ ਦੇ ਵਿੱਚ ਹੀਰੋ ਦੀ ਡੈਫੀਨੇਸ਼ਨ ਬਦਲ ਕੇ ਰੱਖ ਗਈ ਹੈ। ਜਦੋਂ ਆਪਾਂ ਜੱਟ ਦੀ ਗੱਲ ਕਰਦੇ ਹਾਂ ਤਾਂ ਵੈਲੀ ਤੇ ਸ਼ਰਾਬੀ ਤੇ ਬੰਦੂਕਾਂ ਚਲਾਉਂਦੇ ਆ ਤੇ ਕੇਸ ਚੱਲਦੇ, ਇਹੀ ਦਿਖਾਇਆ ਜਾਂਦਾ। ਮੇਰੇ ਖਿਆਲ ਹੈ ਵੀ ਜ਼ਮੀਨ ਨਾਲ ਜੁੜਿਆ ਹੋਇਆ ਜੱਟ ਕਿਸਾਨੀ ਕਰਕੇ ਹਜ਼ਾਰਾਂ ਕਰੋੜਾਂ ਲੋਕਾਂ ਦੇ ਢਿੱਡ ਭਰਦਾ। ਉਹਦੇ ਨਾਲ ਨਾਲ ਮੇਰੇ ਖਿਆਲ ਪੜ੍ਹੇ ਲਿਖੇ ਜੱਟ ਕੌਮ ਦੇ ਵਿੱਚ ਪੜ੍ਹੇ ਲਿਖੇ ਵੀ ਬੜੇ ਉੱਚੇ ਅਹੁਦਿਆਂ ਤੇ ਲੱਗੇ ਹੋਏ ਵੀ ਇਨਸਾਨ ਹੈ, ਪਰ ਸ਼ਾਇਦ ਗੀਤਾਂ ਦੇ ਵਿੱਚ ਉਹ ਸੁਣਨ ਨੂੰ ਜਾਂ ਦੇਖਣ ਨੂੰ ਨਹੀਂ ਮਿਲਦੇ, ਤੇ ਡੈਫੀਨਿਟਲੀ ਤਕਲੀਫ ਤਾਂ ਕਿਤੇ ਨਾ ਕਿਤੇ ਹੁੰਦੀ ਹੈ। ਦੇਖੋ ਜੱਟ ਦਾ ਮਤਲਬ ਹੈ ਜੜ ਬੂਟ, ਇਹ ਦੋ ਲਫ਼ਜ਼ਾਂ ਤੋਂ ਬਣਿਆ ਹੋਇਆ ਹੈ ਵਰਡ, ਜੜ ਬੂਟ। ਜੜਾਂ ਦੇ ਵਿੱਚ ਬੂਟੇ ਲਾਉਣ ਵਾਲਾ ਬੰਦਾ, ਉਹ ਤੋਂ ਜੱਟ ਬਣਿਆ ਸੀ, ਜਿਹੜਾ ਖੇਤੀ ਕਰਦਾ ਸੀ, ਲੋਕਾਂ ਦਾ ਢਿੱਡ ਭਰਦਾ ਸੀ। ਹੁਣ ਤਾਂ ਜੱਟ ਦਾ ਮਤਲਬ ਹੀ ਇਹਨਾਂ ਨੇ ਫੁਕਰਾ ਬਣਾਤਾ। ਜੱਟ ਨੂੰ ਓਵਰਬੋਰਡ ਲੈ ਗਏ ਕਿ ਜੱਟ ਤਾਂ ਬਸ ਚੱਕ ਦਿੰਦਾ, ਜੱਟ ਤਾਂ ਬਸ ਲੜਾਈਆਂ ਕਰਨ ਨੂੰ ਬਣਿਆ, ਜੱਟ ਤਾਂ ਬਸ ਪੰਗੇ ਪਾਉਣ ਨੂੰ ਬਣਿਆ, ਜੱਟ ਤਾਂ ਕੋਰਟਾਂ 'ਚ ਤਰੀਕਾਂ ਭੁਗਤਣ ਨੂੰ ਬਣਿਆ। ਉਹ ਜੱਟ ਹੁਣ ਕਿਸਾਨਾਂ ਦਾ ਐਡਾ ਮੁੱਦਾ ਚੱਲ ਰਿਹਾ ਸਾਡੇ ਦੇਸ਼ ਇੰਡੀਆ ਦੇ ਵਿੱਚ ਭਾਜੀ, ਉੱਥੇ ਅਗਰ ਤੁਸੀਂ ਦੇਖੋ ਤਾਂ ਉਹ ਕੌਣ ਬੈਠੇ ਨੇ ਧਰਨਿਆਂ ਤੇ, ਉਹ ਬਜ਼ੁਰਗ ਬੈਠੇ ਨੇ ਚਿੱਟੀਆਂ ਦਾੜੀਆਂ ਵਾਲੇ। ਡਾਂਗਾਂ ਕਿਹਦੇ ਪੈ ਰਹੀਆਂ? ਬਜ਼ੁਰਗਾਂ ਦੇ ਪੈ ਰਹੀਆਂ। ਪੱਗਾਂ ਕਿਹਦੀਆਂ ਲੈ ਰਹੀਆਂ? ਬਜ਼ੁਰਗਾਂ ਦੀਆਂ ਲੈ ਰਹੀਆਂ। ਉਹਨਾਂ ਦੇ ਬੱਚੇ ਕਿੱਥੇ ਨੇ? ਉਹਨਾਂ ਦੇ ਬੱਚੇ ਕਿੱਥੇ ਨੇ? ਉਹਨਾਂ ਦੇ ਬੱਚੇ ਵੱਡੀਆਂ ਵੱਡੀਆਂ ਗੱਡੀਆਂ ਦੇ ਬੁਲਟ ਨੂੰ ਕਿੱਕ ਮਾਰੀ ਤੇ ਇੱਧਰ ਗੇੜਾ ਮਾਰ ਲਿਆ, ਉੱਧਰ ਗੇੜਾ ਮਾਰ ਲਿਆ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਉਹ ਬੁਲਟਾਂ ਜੀਪਾਂ ਤੇ ਫੁਕਰਪੰਥੀ ਮਾਰਦੇ ਫਿਰਦੇ ਨੇ, ਕਿਉਂਕਿ ਉਹਨਾਂ ਨੇ ਆਪਣੇ ਜਿਹੜੇ ਹੀਰੋ ਬਣਾ ਲਏ ਉਹ ਫੁਕਰੇ ਸਿੰਗਰ ਤੇ ਐਕਟਰ ਬਣਾ ਲਏ। ਅਸਲੀ ਜਿਹੜੇ ਲੈਜੈਂਡ ਹੈ ਉਹਨਾਂ ਨੂੰ ਭੁਲਾ ਕੇ ਉਹਨਾਂ ਨੇ ਇਹਨਾਂ ਨੂੰ ਲੈਜੈਂਡ ਮੰਨਣਾ ਸ਼ੁਰੂ ਕਰਤਾ। ਤਾਂ ਹੀ ਉਹ ਕਹਿੰਦੇ ਉਹ ਡੱਕਾ ਨਹੀਂ ਤੋੜਦੇ, ਤਾਂ ਹੀ ਉੱਤਰ ਪ੍ਰਦੇਸ਼, ਬਿਹਾਰ ਤੋਂ ਸਾਡੇ ਲੇਬਰ ਆ ਕੇ ਉਹ ਪੈਸੇ ਕਮਾ ਕੇ ਜਾਂਦੇ ਆ। ਇੰਨੇ ਪੰਜਾਬੀ ਸਾਡੇ ਇੱਥੇ ਰਹਿ ਕੇ ਨਹੀਂ ਪੰਜਾਬ 'ਚ ਪੈਸੇ ਕਮਾ ਰਹੇ ਜਿੰਨੇ ਉਧਰੋਂ ਆ ਕੇ ਕਮਾ ਜਾਂਦੇ ਆ। ਇਹਦਾ ਮਤਲਬ ਪੰਜਾਬ 'ਚ ਪੈਸਾ ਤਾਂ ਹੈ, ਪਰ ਸਾਡਾ ਬੱਚਾ ਕੰਮ ਕਰਨਾ ਛੱਡ ਗਿਆ ਪੰਜਾਬੀ, ਕਿਉਂਕਿ ਸਾਡੇ ਜਿਹਨੂੰ ਕਹਿੰਦੇ ਮਿਊਜ਼ਿਕ ਐਂਟਰਟੇਨਮੈਂਟ ਇੰਡਸਟਰੀ ਨੇ ਵੀ ਉਹਨਾਂ ਨੂੰ ਫੁਕਰੇ ਬਣਾਉਣ 'ਚ ਬਹੁਤ ਵੱਡਾ ਯੋਗਦਾਨ ਪਾਇਆ। ਬਾਕੀ ਸਾਡੇ ਪੋਲੀਟੀਸ਼ੀਅਨਾਂ ਨੇ ਤਾਂ ਕਦੀ ਕਸਰ ਛੱਡੀ ਨਹੀਂ। ਆਈ ਥਿੰਕ ਉਹ ਜਿਹੜੀ ਕਿਰਤ ਕਰੋ ਤੇ ਵੰਡ ਛਕੋ ਵਾਲੀ ਸਾਨੂੰ ਦੇ ਕੇ ਗਏ ਸੀ ਗੁਰੂ ਸਾਹਿਬ, ਜੇ ਆਪਾਂ ਦੁਬਾਰਾ ਮੰਨਣ ਲੱਗ ਜਾਈਏ ਤੇ ਮੇਰੇ ਖਿਆਲ ਪੰਜਾਬ ਵਾਪਿਸ ਖੁਸ਼ਹਾਲੀ 'ਚ ਆ ਸਕਦਾ ਹੈ। ਪਰ ਬਿਫੋਰ ਆਈ ਪ੍ਰੋਸੀਡ, ਸਭ ਤੋਂ ਪਹਿਲਾਂ ਤਾਂ ਵੌਇਸ ਅੱਜ ਕੱਲ੍ਹ ਸਾਡੀ ਪੂਰੀ ਟੀਮ ਵੱਲੋਂ ਤੁਹਾਨੂੰ ਬਹੁਤ ਬਹੁਤ ਵਧਾਈ ਨੈਸ਼ਨਲ ਵਿਲੇਜਰਸ 2 ਦਾ ਮੂਸਾ ਫਿਲਮ ਦੇ ਲਈ। ਵੀ ਆਰ ਲੁਕਿੰਗ ਫਾਰਵਰਡ ਟੂ ਇਟ। ਇਹ ਜੱਸੀ ਦੀ ਕੋਈ ਸੈਕਿੰਡ ਇਨਿੰਗ ਹੈ ਕਿਆ? ਤੁਸੀਂ ਕਹਿ ਸਕਦੇ ਹੋ ਭਾਜੀ, ਕਿਉਂਕਿ ਪੋਲਿਟਿਕਸ ਤੋਂ ਬਾਅਦ ਸਿੰਸ 2013 ਉਦੋਂ ਆਸਟ੍ਰੇਲੀਆ ਦੇ ਵਿੱਚ ਤੁਹਾਨੂੰ ਵੀ ਪਤਾ ਮੈਂ 2 ਗਾਣੇ ਸ਼ੂਟ ਕੀਤੇ ਸੀ, ਟੈਕਸੀ ਤੇ ਇੱਕ ਸੀਗਾ ਖਾ ਬਾਬੇ ਦੀ ਸੌਂ। ਉਹ ਟੈਕਸੀ ਵਿੱਚ ਵੀ ਅਸੀਂ ਜਿਹੜੇ ਇੱਕ ਰੈਪ ਲਿਆ ਸੀ, ਉਹਦੇ 'ਚ ਤੁਹਾਨੂੰ ਯਾਦ ਹੋਣਾ ਕਿ 5 ਸਾਲ ਲਾ ਕੇ ਮੈਂ BA MA ਕੀਤੀ, ਲੋਕੋ ਡਿਗਰੀ ਵੀ ਦਿੱਤੀ, ਫੇਰ ਵੀ ਕਿਸੇ ਨੇ ਸਾਨੂੰ ਨੌਕਰੀ ਨਹੀਂ ਦਿੱਤੀ। IAS PCS ਦੇ ਪਰਚੇ ਵੀ ਦਿੱਤੇ। ਇੰਟਰਵਿਊ 'ਚ ਕਹਿੰਦੇ ਕਾਕਾ ਨੋਟ ਹੈਗੇ ਕਿੱਥੇ? ਨੋਟ ਹੈਗੇ ਕਿੱਥੇ ਕਾਕਾ? ਨੋਟ ਕਿਉਂ ਨਹੀਂ ਦਿੱਤੇ?
ਭਰੇ ਪੀਤੇ ਮਿੱਤਰਾਂ ਨੇ ਅੱਕ ਚੱਬ ਲਿਆ, ਬਾਹਰਲੇ ਮੁਲਕ ਦਾ ਏਜੰਟ ਲੱਭ ਲਿਆ, ਹੁਣ ਕਰਕੇ ਪੜ੍ਹਾਈ ਇੱਥੇ ਟੈਕਸੀ ਚਲਾਉਨੇ ਆ, ਹਰ ਸਾਹ ਨਾਲ ਲੀਡਰਾਂ ਨੂੰ ਲਾਹਨਤਾਂ ਹੀ ਪਾਉਂਦੇ ਆ। ਠੀਕ ਹੈ, ਉਹਦੇ ਚ ਅਸੀਂ ਕਿਹਾ ਆ ਕਿ ਤੁਹਾਡੇ ਨਾਲੋਂ ਤਾਂ ਗੋਰੇ ਲੱਖ ਦਰਜੇ ਚੰਗੇ ਸੀ, ਕਿਉਂਕਿ ਸਾਨੂੰ ਅਖੀਰ ਨੂੰ ਰੋਟੀ ਤਾਂ ਗੋਰੇ ਹੀ ਦੇ ਰਹੇ ਆ ਨਾ। ਜੇ ਆਪਾਂ ਸਾਰੇ ਪੰਜਾਬੀ ਪੰਜਾਬ 'ਚ ਬੈਠੇ ਹੁੰਦੇ ਤੇ ਜੇ ਬਾਹਰਲੀਆਂ ਕੰਟਰੀਆਂ ਸਾਨੂੰ ਨਾ ਆਸਰਾ ਦਿੰਦੀਆਂ, ਤੇ ਨਵਨੀਤ ਜੀ ਤੁਸੀਂ ਮੈਂ ਵੀ ਸ਼ਾਇਦ ਬਹੁਤ ਫਟੇ ਬੁਰੇ ਹਾਲ 'ਚ ਹੁੰਦੇ ਆ। I think it's destiny that takes us where we are today. ਰੈਪ ਦੀ ਤੁਸੀਂ ਹੁਣੇ ਮੈਨੂੰ ਸੁਣਾਇਆ, ਜਿਵੇਂ ਜੇ ਹਨੀ ਸਿੰਘ ਨਾਲ ਦੁਬਾਰਾ ਕਦੀ ਕੰਮ ਕਰਨ ਦੀ ਆਫਰ ਆਵੇ ਤਾਂ would you be doing that? ਭਾਜੀ ਕਦੀ ਵੀ ਫੁੱਲ ਸਟਾਪ ਨਾ ਲਾਓ। ਇੱਕ ਜੇ ਮੈਂ ਪਹਿਲਾਂ ਵਾਲਾ ਜੱਸੀ ਹੁੰਦਾ ਤਾਂ ਕਹਿ ਦਿੰਦਾ ਉਹ ਅੱਜ ਤੋਂ ਬਾਅਦ ਤੈਨੂੰ ਤੇਰੀ ਸ਼ਕਲ ਵੀ ਨਹੀਂ ਦੇਖਾਂਗੇ ਫਲਾਣਾ। ਦੇਖੋ ਹੁਣ ਥੋੜੇ ਸੁਹਿਰਦ ਹੁੰਦੇ ਜਾਂਦੇ ਆ, ਸਮਝ ਵੀ ਆਉਂਦੀ ਆ। ਦਾਤਾ ਪਤਾ ਨਹੀਂ ਕੌਣ ਕਿਹਨੂੰ ਕਿਸ ਮੋੜ ਤੇ ਕਿਸ ਰੂਪ ਚ ਮਿਲਾ ਦੂਗਾ। ਤਾਂ ਕਿਸੇ ਨੂੰ ਵੀ ਮੈਂ ਇਹ ਨਹੀਂ ਕਹਿ ਸਕਦਾ ਵੀ ਦੇਖੀ ਤੇਰੇ ਨਾਲ ਐ ਨਹੀਂ ਹੋਊਗਾ। ਪਤਾ ਨਹੀਂ ਦਾਤਾ ਕੱਲ ਨੂੰ ਮੇਰੀ ਉਹਦੀ ਕੀ ਮਜਬੂਰੀ ਬਣਾ ਦੇ, ਕਿਸੇ ਦੀ ਵੀ। ਠੀਕ ਹੈ ਨਾ ਜੀ। ਤਾਂ ਛੋਟੀ ਜਿਹੀ ਦੁਨੀਆ ਪਤਾ ਨਹੀਂ ਕਦੋਂ ਦੁਬਾਰਾ ਮਿਲ ਜੀਏ, ਜਦੋਂ ਮਿਲੀਏ ਇੱਕ ਚੰਗੇ ਕੰਮ ਲਈ ਮਿਲੀਏ, ਚੰਗਾ ਕੰਮ ਕਰੀਏ। ਸੋ ਦੈਟਸ ਆਈ ਟੇਕ ਇਟ ਇਨ ਥੀਸ ਡੇਜ਼। ਥੋੜਾ ਜਿਹਾ ਇਹਨੂੰ ਕਹਿੰਦੇ ਮੈਂਟਲ ਲੈਵਲ ਇਹ ਹੈ ਵੀ ਬਾਈ ਕਿਸੇ ਨਾਲ ਵੀ ਕੋਈ ਵੱਟ ਦਾ ਰੌਲਾ ਤੇ ਹੈ ਨਹੀਂ, ਜ਼ਮੀਨ ਦਾ ਰੌਲਾ ਨਹੀਂ, ਸਿਰਫ ਸੋਚ ਦਾ ਰੌਲਾ। ਮੈਨੂੰ ਅੱਜ ਵੀ ਯਾਦ ਆ ਇੱਕ ਅਵਾਰਡ ਸ਼ੋਅ ਦੇ ਵਿੱਚ ਹਨੀ ਸਿੰਘ ਨੇ ਜਾ ਕੇ ਕਹਿੰਦਾ ਵੀ ਇਹ ਗਾਣੇ ਜਦੋਂ ਉਹਨੂੰ ਅਵਾਰਡ ਮਿਲਿਆ ਵੀ ਕ੍ਰੈਡਿਟ ਮੈਂ ਦਿੰਦਾ ਇੱਕ ਆਪਣੀ ਬੇਬੇ ਨੂੰ ਤੇ ਦੂਜਾ ਤੁਹਾਡਾ ਨਾਮ ਸਟੇਜ ਦੇ ਉੱਤੇ ਲਿਆ ਗਿਆ। ਵੀ ਮੇਰੇ ਖਿਆਲ ਸ਼ਾਇਦ ਤੁਸੀਂ ਬੜੀ ਮਿਹਨਤ ਕਰਵਾਈ ਉਸ ਪਾਰਟਿਕੂਲਰ Song ਦੇ ਉੱਤੇ ਉਹਦਾ ਨਾਮ। ਤੇ ਵੀ ਲੁੱਕ ਫਾਰਵਰਡ ਵੀ ਜੇ ਤੁਹਾਡੀ ਜੋੜੀ ਦੁਬਾਰਾ ਦੇ ਵਿੱਚ ਆ ਕੇ ਕੋਈ ਨਵਾਂ ਗਾਣਾ ਲੈ ਕੇ ਆਉਂਦੀ ਹੈ, ਗੀਤ ਲੈ ਕੇ ਆਉਂਦੀ ਹੈ, ਤਾਂ ਡੈਫੀਨੇਟਲੀ ਮੀਨਿੰਗਫੁਲ ਵੀ ਹੋਏਗਾ ਤੇ ਇਟ ਵੁੱਡ ਗੋ ਟੂ ਦਾ ਵਾਈਡਰ ਆਡੀਅੰਸ ਐਸ ਵੈਲ। ਲੈਟਸ ਸੀ ਜੀ। ਆਪਣੇ ਜਿਹੜਾ ਉਹ ਪੀਟੀਸੀ ਅਵਾਰਡ ਸੀਗਾ 2011 ਦੇ ਵਿੱਚ, ਜ਼ੰਜੀਰ ਐਲਬਮ ਜਿਹੜੀ ਪੂਰੀ ਸਾਡੀ 10 Songs ਦੀ ਐਲਬਮ ਸੀ, ਉਹਦੇ ਵਿੱਚ ਤੁਸੀਂ ਉੱਥੇ YouTube ਤੇ ਆ ਵੀ ਪਿਆ ਜਿੱਦਾਂ ਤੁਸੀਂ ਜ਼ਿਕਰ ਕਰਦੇ ਹੋ ਵੀ ਪੀਟੀਸੀ ਅਵਾਰਡ ਦੀ ਸਟੇਜ ਤੋਂ ਉਹਨਾਂ ਨੇ ਸਾਰੇ ਕਲਾਕਾਰ ਗੁਰਦਾਸ ਮਾਨ ਤੋਂ ਲੈ ਕੇ ਅਮਰਿੰਦਰ ਗਿੱਲ, ਸਰਤਾਜ, ਐਵਰੀਬਡੀ ਵਾਸ ਸਿਟਿੰਗ ਡਾਊਨ ਸਟੇਅਰਸ। ਜਦੋਂ ਉਹਨਾਂ ਨੂੰ ਬੈਸਟ ਮਿਊਜ਼ਿਕ ਡਾਇਰੈਕਟਰ ਦਾ ਅਵਾਰਡ ਮਿਲਿਆ ਤਾਂ ਉਹਨਾਂ ਨੇ ਜਾਂ ਤਾਂ ਆਪਣੀ ਮੰਮੀ ਦਾ ਨਾਮ ਲਿਆ ਵੀ ਮੇਰੀ ਬੇਬੇ, ਤੇ ਦੂਜਾ ਮੇਰਾ ਨਾਮ ਲਿਆ ਸੀ, ਉਦੋਂ ਮੇਰਾ ਨਾਮ ਕਰਨ ਜਸਬੀਰ ਸੀ। ਬਿਲਕੁਲ। ਤੇ ਕਹਿੰਦੇ ਵੀ ਉਹ ਕਰਨ ਜਸਬੀਰ ਨਹੀਂ ਹੈ, ਉਹ ਕਰੰਟ ਜਸਬੀਰ ਹੈ, ਜਿਨ੍ਹਾਂ ਨੇ ਮੇਰੇ ਤੋਂ ਪੈਸ਼ਨੇਟ ਲੈਵਲ ਤੇ ਲਿਜਾ ਕੇ ਮਿਊਜ਼ਿਕ ਕਰਵਾਇਆ। ਤੇ ਮੈਂ ਪ੍ਰੋਮਿਸ ਕਰਦਾ ਕਿ ਮੈਂ ਉਸੇ ਲੈਵਲ ਤੇ ਮਿਊਜ਼ਿਕ ਕਰਦਾ ਰਹੂੰਗਾ। ਤੇ ਉਹਨਾਂ ਦੀ ਕੰਪਨੀ ਜਸਰਾਜ ਰਿਕਾਰਡਸ ਦਾ, ਮੇਰੀ ਕੰਪਨੀ ਉਦੋਂ ਸਮਝ ਲਓ ਪਹਿਲਾ ਪ੍ਰੋਜੈਕਟ ਜਸਰਾਜ ਰਿਕਾਰਡਸ ਤੇ ਜ਼ੰਜੀਰ ਹੀ ਸੀ। ਤੇ ਜਦੋਂ ਸਾਰਿਆਂ ਨੇ ਮਨਾ ਕਰਤਾ ਸੀ ਵੀ ਜ਼ੰਜੀਰ ਨਹੀਂ ਚੱਲਣਾ, ਵੱਡੀਆਂ ਕੰਪਨੀਆਂ ਨੇ ਲਿਆ ਨਹੀਂ ਸੀ ਪ੍ਰੋਜੈਕਟ। ਹੀ ਨਿਊ ਕਿ ਜੱਸੀ ਦਾ ਇੱਕ ਫੇਥ ਸੀਗਾ ਕਿ ਮੈਂ ਸੁਪਰ ਡੂਪਰ ਹਿੱਟ ਕਰਕੇ ਦਿਖਾਊਂਗਾ। ਤੇ ਉਹ ਤੋਂ ਬਾਅਦ ਕਈ ਦੁਨੀਆ ਭੁੱਲ ਵੀ ਜਾਂਦੀ ਹੈ। ਜਦੋਂ ਤੁਸੀਂ ਕਿਸੇ ਦੀ ਹੈਲਪ ਕੀਤੀ ਹੁੰਦੀ ਹੈ ਉਦੋਂ ਲੋਕਾਂ ਨੂੰ ਯਾਦ ਰਹਿੰਦਾ, ਬਟ ਇਫ ਦੇ ਗੇਨ ਸਕਸੈਸ ਪੀਪਲ ਡੂ ਫੋਰਗੇਟ ਕਿ ਕਿਹਦੇ ਕਰਕੇ ਹੈ। ਬਟ ਐਨੀਵੇਜ਼ ਮੈਂ ਫਿਰ ਵੀ ਇਹ ਆਸ ਰੱਖਦਾ ਵੀ ਆਉਣ ਵਾਲੇ ਕੱਲ੍ਹ 'ਚ ਲੋਕੀ ਪਤਾ ਨਹੀਂ ਕਿਹਨੂੰ ਕਿੱਥੇ ਘੁਮਾ ਕੇ ਯਾਦ ਕਰਾ ਦੂਗਾ ਕਿ ਬਾਈ ਜੀ ਇਹ ਜੜ੍ਹਾਂ 'ਚ ਬੂਟਾ ਲਾਉਣ ਵਾਲਾ ਇਹ ਬੰਦਾ ਵੀ ਸੀ। ਸੋ ਆਉਣ ਵਾਲੇ ਕੱਲ੍ਹ 'ਚ ਕਿੱਥੇ ਕੀ ਹੋ ਜੇ, ਯੂ ਨੈਵਰ ਨੋ। ਅੱਜ ਵੀ ਅਸੀਂ ਜਿਹੜੇ ਮੁੰਡਿਆਂ ਨਾਲ ਮੈਂ ਕੰਮ ਕੀਤਾ ਉਹ ਹੋਰ ਕਿਸਮ ਦਾ ਮਿਊਜ਼ਿਕ ਕਰਦੇ ਆ, ਬਟ ਉਹਨਾਂ ਲਈ ਜਿਨ੍ਹਾਂ ਤੋਂ ਮੈਂ ਨੈਸ਼ਨਲ ਵਿਲੇਜਰ 2 ਦਾ ਮਿਊਜ਼ਿਕ ਕਰਾਇਆ, ਫੋਕ ਸਟਾਈਲ ਵਾਲੇ, ਉਹਨਾਂ ਨੇ ਵੀ ਇਹ ਪਹਿਲੀ ਵਾਰੀ ਏਦਾਂ ਦਾ ਮਿਊਜ਼ਿਕ ਅਟੈਂਪਟ ਕੀਤਾ, ਰੈਪ ਤੇ ਹੋਰ ਸਭ ਕੁਝ। ਐਂਡ ਹੀ ਇਜ਼ ਮੋਰ ਦੈਨ ਹੈਪੀ। ਹੀ ਸੇਜ਼ ਭਾਜੀ ਵੀ ਇਹ ਜਨਰਲ ਮੇਰਾ ਹੈ ਨਹੀਂ ਸੀ, ਬਟ ਤੁਸੀਂ ਮੇਰੇ 'ਚ ਭਰ ਕੇ એનર્ਜੀ ਮੇਰੇ ਤੋਂ ਕਰਵਾ ਲਿਆ। ਮੈਂ ਕਿਹਾ ਨਹੀਂ ਯਾਰ, ਮੈਨੂੰ ਪਤਾ ਵੀ ਜਿਹਨੂੰ ਥੋੜਾ ਬਹੁਤ ਮਿਊਜ਼ਿਕ ਦੀ ਕਾ ਖਾ ਗਾ ਪਤਾ ਆ, ਸਾ ਰੇ ਗਾ ਮਾ ਪਾ ਧਾ ਨੀ ਸਾ ਪਤਾ ਆ, ਵੀ ਉਹ ਬੰਦਾ ਕੁਝ ਵੀ ਕਰ ਸਕਦਾ। ਮੈਂ ਕਿਹਾ ਤੇਰਾ ਅੰਦਰ ਦਾ ਟੈਲੈਂਟ ਹੈ, ਮੈਂ ਤਾਂ ਸਿਰਫ ਥੋੜੀ ਜਿਹੀ ਧੂੜ ਝਾੜ ਕੇ ਤੈਨੂੰ ਡਾਇਰੈਕਸ਼ਨ ਦਈ ਹੈ ਵੀ ਇਸ ਡਾਇਰੈਕਸ਼ਨ 'ਚ ਵੀ ਆ ਜਾ। ਸੋ ਇਸ ਗਾਣੇ ਦਾ ਜਿਹੜੇ ਲਿਰਿਕਸ ਹੈ ਉਹ ਮੇਰੇ ਨੇ, ਰੈਪ ਮੇਰਾ ਲਿਖਿਆ ਹੋਇਆ, ਡਾਇਲੌਗਸ ਮੇਰੇ ਲਿਖੇ ਹੋਏ ਨੇ। ਤੇ ਜੇ ਲੋਕਾਂ ਨੇ ਪਹਿਲਾਂ ਮੇਰੇ ਗਾਣੇ ਲੰਬੇ ਗਾਣੇ ਵੀ ਸੁਣੇ, ਮਿਲੀਅਨਸ ਆਫ ਵਿਊਜ਼ ਜਦੋਂ ਇੰਟਰਨੈਟ ਬੜਾ ਸਲੋ ਸੀ 2012 ਦੇ ਵਿੱਚ, ਉਦੋਂ ਵੀ ਦਿੱਤੇ ਆ, ਤਾਂ ਹੁਣ ਵੀ ਸਾਨੂੰ ਪਤਾ ਵੀ ਉਹਨਾਂ ਨੂੰ ਅਸੀਂ ਨਿਰਾਸ਼ ਨਹੀਂ ਕਰਾਂਗੇ ਤੇ ਇੱਕ ਚੰਗਾ ਪ੍ਰੋਜੈਕਟ ਦੇਵਾਂਗੇ ਜੀ। ਤੇ ਲੋਕ ਵੀ, ਮੈਂ ਉਮੀਦ ਕਰਦਾ ਕਿ ਜੇ ਅਸੀਂ 2.5 ਲੱਖ ਰੁਪਇਆ ਮੰਗ ਰਹੇ ਹਾਂ ਤਾਂ ਮੈਨੂੰ ਲੱਗਦਾ ਕੋਈ ਇੱਕ ਤਾਂ ਬੰਦਾ ਤਾਂ ਜ਼ਰੂਰ ਹੋਊਗਾ ਜਿਹੜਾ ਕਹੂਗਾ ਤੂੰ ਮੰਗ ਹੀ ਘੱਟ ਲੈ। ਮੈਨੂੰ ਪਤਾ ਵੀ ਉਹ ਸਾਡਾ ਜਿਹੜਾ ਪ੍ਰੋਜੈਕਟ ਹੈ, ਸਾਡੀ ਜਿਹੜੀ ਫਿਲਮ ਹੈ, ਉਹ ਤੁਹਾਨੂੰ ਐਂਡ ਤੱਕ ਲਿਜਾ ਕੇ ਇੱਕ ਐਸੇ ਨੋਟ ਤੇ ਛੱਡੇਗੀ ਜਿੱਥੇ ਤੁਹਾਡੇ ਦਿਮਾਗ ਨੂੰ ਖੁਰਕ ਕਰਨੀ ਪਏਗੀ। ਪਰ ਨਵਨੀਤ ਜੀ ਆਪਾਂ ਉਹ ਪ੍ਰੋਜੈਕਟ ਰਿਲੀਜ਼ ਹੋਣ ਤੋਂ ਬਾਅਦ ਵੀ ਇੱਕ ਇੰਟਰਵਿਊ ਜ਼ਰੂਰ ਕਰਾਂਗੇ, ਲੋਕਾਂ ਦੀ ਪ੍ਰਤੀਕਿਰਿਆ ਉਦੋਂ ਤੱਕ ਤੁਸੀਂ ਵੀ ਲੈ ਲਿਓ। 100% ਜੀ, 100%। ਅੱਛਾ ਜੱਸੀ ਜਸਰਾਜ ਕਿਆ ਪੋਲਿਟਿਕਸ ਤੋਂ ਦੂਰ ਹੋ ਗਏ? ਨਹੀਂ ਭਾਜੀ, ਮੈਂ ਥੋੜਾ ਜਿਹਾ ਆਪਣਾ ਗੱਲਾ ਸਾਂਭਣ ਆਇਆ, ਆਪਣੀ ਦੁਕਾਨ ਸਾਂਭਣ ਆਇਆ, ਕਿਉਂਕਿ 6 ਸਾਲ ਤੁਸੀਂ ਦੇਖੋ 2013 ਚ ਵਿਕਰ ਬਾਈ ਨੂੰ ਪ੍ਰਮੋਟ ਕਰਨ ਆਇਆ ਸੀ ਮੈਂ ਤੁਹਾਡੇ ਆਸਟ੍ਰੇਲੀਆ ਦੇ ਵਿੱਚ। ਤੇ
ਉਦੋਂ ਜੇ ਮੈਂ ਬਾਹਰਲੀਆਂ ਕੰਟਰੀਆਂ 'ਚ ਪ੍ਰਮੋਟ ਕਰਨ ਗਿਆ, ਕੈਨੇਡਾ ਵੀ ਗਿਆ, ਇੰਗਲੈਂਡ ਵੀ ਗਿਆ, ਆਪਣੇ ਸਪੇਨ ਜਾਂ ਪੈਰਿਸ ਸਭ ਜਗ੍ਹਾ ਗਿਆ, ਤਾਂ ਉਹ ਫਿਲਮ ਤੋਂ ਬਾਅਦ ਮੈਨੂੰ ਹੋਰ ਵੀ ਫਿਲਮਾਂ ਸੀਗੀਆਂ। ਜੇ ਮੈਂ ਉੱਥੇ ਬੈਠਾ ਰਹਿੰਦਾ, ਆਪਣਾ ਕੰਮ ਕਰਦਾ ਰਹਿੰਦਾ, ਤੇ ਅੱਜ ਸ਼ਾਇਦ ਤੁਸੀਂ ਆਪਾਂ ਪੋਲੀਟੀਕਲ ਗੱਲ ਹੀ ਨਾ ਕਰਦੇ, ਮੈਂ ਵੀ ਕਹਿ ਦਿੰਦਾ ਦੇਖੋ ਜੀ ਮੇਰਾ ਇਹ ਫੀਲਡ ਨਹੀਂ ਹੈ, ਮੈਂ ਤਾਂ ਆਰਟਿਸਟ ਹਾਂ, ਪਰ ਮੈਂ ਇਹਦੇ ਬਾਰੇ ਟਿੱਪਣੀ ਨਹੀਂ ਕਰ ਸਕਦਾ। ਪੰਜਾਬ ਚਿੱਟਾ ਕਿਉਂ ਵੇਚਦਾ, ਕੌਣ ਵੇਚਦਾ, ਪੰਜਾਬੀ ਕਿਉਂ ਮਰ ਰਹੇ ਹੈ, ਇਹ ਕਿਸਾਨ ਕਿਉਂ ਖੁਦਕੁਸ਼ੀਆਂ ਕਰ ਰਹੇ ਹੈ। ਤਾਂ ਉਹ ਅਸੀਂ ਅਸਲੀ ਬਿੱਕਰ ਬਾਈ ਬਣ ਕੇ ਦੇਖਿਆ। ਤੇ ਹੁਣ ਜਿਹੜਾ ਆਉਣ ਵਾਲੇ ਕੱਲ ਦੇ ਵਿੱਚ ਤੇ ਆਪਾਂ ਇਸ ਫੀਲਡ ਨੂੰ ਛੱਡਾਂਗੇ। ਪਹਿਲਾਂ ਤਾਂ ਮੈਂ 6 ਸਾਲ ਕੁਝ ਵੀ ਨਹੀਂ ਨਾ ਕੀਤਾ, ਛੱਡ ਕੇ ਜਮਾਂ ਹੀ ਨਿਰੋਪਰੀ, ਇਹਨੂੰ ਕਹਿੰਦੇ ਆਪਣੀ ਦੁਕਾਨ ਤੇ ਗੱਲਾਂ ਛੱਡ ਕੇ ਭੱਜ ਗਿਆ। ਕੋਈ ਦੁਕਾਨਦਾਰ ਨਹੀਂ ਭੱਜਦਾ। ਤੇ ਜਿਹੜਾ ਮੇਰਾ ਗਲਾ, ਗਾਣੇ ਗਾਉਣ ਲਈ ਮੇਰੀ ਫੈਕਟਰੀ ਹੈ, ਇਹਨੇ ਗਾਣੇ ਗਾਉਣੇ ਸੀ, ਉੱਚੀਆਂ ਉੱਚੀਆਂ ਸਪੀਚਾਂ ਕਰਨ ਲੱਗ ਪਿਆ। ਉਸ ਸਪੀਚਾਂ ਵਿੱਚ ਗਲਾ ਵੀ ਘਸ ਗਿਆ, ਮੈਂ ਵੀ ਘਸ ਗਿਆ, ਤੇ ਜਿਹੜੇ ਪੈਸੇ ਕਮਾਏ ਸੀ ਉਹ ਵੀ ਸਾਰੇ ਚਲ ਗਏ, ਤੇ ਜਿਹੜੇ ਕਮਾਉਣੇ ਸੀ ਉਹਨਾਂ ਦਾ ਵੀ ਨੁਕਸਾਨ ਹੋ ਗਿਆ, ਤੇ ਇੱਕ ਤਰ੍ਹਾਂ ਦਾ ਵੀ ਝੁਲਸ ਗਏ। ਬਟ ਐਨੀਵੇਜ਼, ਜੋ ਕਰਦਾ ਪ੍ਰਮਾਤਮਾ ਚੰਗਾ ਕਰਦਾ ਜੀ। ਅੱਜ ਵੀ ਜੇ ਉਹਨੇ ਹੌਸਲਾ ਹਿੰਮਤ ਬੁਲੰਦ ਰੱਖੀ ਹੈ। 2019 ਚ ਮੇਰਾ ਟਰੈਕ ਆਇਆ ਸੀ ਫਾਈਟਰ, ਅਸੀਂ ਆਮ ਘਰਾਂ ਦੇ ਮੁੰਡੇ, ਖਾਸ ਅਸੀਂ ਬਣ ਹੀ ਜਾਵਾਂਗੇ। ਉਹ 15 ਮਿੰਟ ਦਾ ਟਰੈਕ ਹੈ, ਸਿਰਫ ਪੈਸੇ ਨਹੀਂ ਸਾਡੇ ਕੋਲ ਸੀਗੇ, ਅਸੀਂ ਵੀਡੀਓ ਨਹੀਂ ਬਣਾ ਪਾਏ, ਪਰ ਜਦੋਂ ਵੀ ਪੈਸੇ ਆਏ ਮੈਂ ਉਹ ਗਾਣੇ ਦਾ ਵੀਡੀਓ ਬਣਾਊਂਗਾ। ਉਹ ਐਸਾ ਗਾਣਾ ਜਿਹਦਾ ਆਡੀਓ ਸੁਣ ਕੇ ਵੀ ਲੋਕਾਂ ਨੇ, ਕਿਸੇ ਨੇ 5000, ਕਿਸੇ ਨੇ 10 ਰੁਪਏ, ਕਿਸੇ ਨੇ ਕੁਛ ਨਾ ਕੁਛ ਉਦੋਂ ਦਿੱਤਾ, ਉਹਦੀ ਕੀਮਤ ਮੈਂ 1 ਲੱਖ ਰੁਪਇਆ ਰੱਖੀ ਸੀ। ਅੱਛਾ, ਹਾਂਜੀ। ਤਾਂ ਤੁਸੀਂ ਗੱਲ ਕੀਤੀ ਵੀ ਪੈਸਿਆਂ ਦੀ, ਤੇ ਮੈਨੂੰ ਯਾਦ ਆ ਜਦੋਂ ਇਲੈਕਸ਼ਨ ਹੋਏ ਸੀਗੇ, ਤਾਂ ਕਿਆ ਉਦੋਂ ਵੀ ਡੈਫੀਨੇਟਲੀ ਕਿਸੇ ਨਾ ਕਿਸੇ ਪਾਰਟੀ ਨੇ ਆ ਕੇ ਬੈਠਣ ਵਾਸਤੇ ਜਾਂ ਉਹਨਾਂ ਵੱਲੋਂ ਇਲੈਕਸ਼ਨ ਲੜਨ ਵਾਸਤੇ ਤਾਂ ਜ਼ਰੂਰ ਕੋਈ ਨਾ ਕੋਈ ਆਫਰ ਦਿੱਤੀ ਹੋਏਗੀ, ਪੈਸੇ ਦੀ ਪੇਸ਼ਕਸ਼ ਕੀਤੀ ਹੋਏਗੀ। ਜੇ ਉਹ ਪੈਸੇ ਲੈ ਲਏ ਹੁੰਦੇ ਤਾਂ ਸ਼ਾਇਦ ਹੁਣ ਤੱਕ ਤੁਸੀਂ 10 ਹੋਰ ਗਾਣੇ ਬਣਾ ਲੈਂਦੇ। ਬਈ ਨਵਨੀਤ ਜੀ, ਤੁਹਾਨੂੰ ਵੀ ਪਤਾ ਸਾਡੇ ਦੇਸ਼ ਦੇ ਵਿੱਚ ਇਹਨੂੰ ਹਾਰਸ ਟ੍ਰੇਡਿੰਗ ਕਹਿੰਦੇ ਆ, ਤੇ ਬਹੁਤ ਜ਼ਿਆਦਾ ਹੁੰਦੀ ਹੈ। ਕੋਈ ਪਾਰਟੀ ਹੈ ਜਿਹੜੀ ਐਸੀ ਨਹੀਂ ਛੱਡਦੀ। ਅਸੀਂ ਤਾਂ ਦਰਬਾਰ ਸਾਹਿਬ ਤੋਂ ਕਿਹਾ ਹੋਇਆ ਕਿ ਬਾਈ ਜੀ 1 ਪੰਜੀ ਨਹੀਂ ਲਵਾਂਗੇ ਕਿਸੇ। ਅੱਜ ਵੀ ਅਗਰ ਲੋਕਾਂ ਨੂੰ ਕਹਿ ਰਹੇ ਬਾਈ ਕਰਜ਼ਾ ਲੈ ਕੇ ਵੀਡੀਓ ਬਣਾਇਆ, ਮੈਨੂੰ ਦੱਸੋ ਕਿਹੜਾ ਸਿੰਗਰ ਆਪੇ ਹੀ ਕਹੂਗਾ ਵੀ ਮੈਂ ਕਰਜ਼ਾ ਵੀ ਉਹਦਾ, ਇਹ ਤਾਂ ਕਮਲਾ ਜਿਹਾ ਤਾਂ ਹੈ, ਤੇਰੇ ਤਾਂ ਹਾਲਾਤ ਹੀ ਇਦਾਂ ਦੇ ਆ। ਠੀਕ ਹੈ, ਵੀ ਕਮਲਾ ਹੀ ਆ ਤੂੰ, ਜਿਹੜਾ ਵੀ ਕਰਜ਼ਾ ਲੈਣ ਦੀ ਕੀ ਲੋੜ ਸੀ ਤੈਨੂੰ? ਬਣਾਇਆ ਕਿਹਦੇ ਵਾਸਤੇ ਆ? ਸੁਸਾਇਟੀ ਵਾਸਤੇ। ਤੇਜ਼ਾਬ 1984 2012 ਚ ਕਿਹਦੇ ਲਈ ਬਣਾਇਆ ਸੀ? ਇਨਜਸਟਿਸ ਖਿਲਾਫ ਇੱਕ ਆਵਾਜ਼ ਚੱਕੀ ਸੀ। 17 ਮਿੰਟ ਦਾ ਵੀਡੀਓ ਬਣਾਉਣ ਨੂੰ ਭਾਜੀ 20 ਲੱਖ ਰੁਪਏ ਲੱਗੇ। ਉਹਦੇ ਚੋਂ ਮਿਲਿਆ ਕੀ? ਸਰੋਪੇ ਗੁਰਦੁਆਰਿਆਂ ਚੋਂ ਸ਼ਾਬਾਸ਼, ਬਹੁਤ ਅੱਛਾ ਕੰਮ ਕੀਤਾ, ਤੇ ਕੜਾਹ ਪ੍ਰਸ਼ਾਦ ਖਾ ਲਓ। ਕਿਹਨੇ ਪੰਜੀ ਦਿੱਤੀ ਭਾਜੀ? ਜੇ ਤੁਸੀਂ ਪੈਸਾ ਮੋੜੋਗੇ ਨਹੀਂ, ਜੇ ਤੁਹਾਨੂੰ ਕੰਮ ਪਸੰਦ ਆਇਆ ਤਾਂ ਗਵਾਉਣ, ਜਿਹੜਾ ਦਸਵੰਧ ਲੋਕੀ ਗੁਰੂ ਘਰ ਚ ਦਿੰਦੇ ਨੇ, ਤੁਸੀਂ ਵਾਪਸ ਤਾਂ ਦਿਓ ਥੋੜਾ ਬਹੁਤ। ਜੇ ਦਓਗੇ ਤਾਂ ਬੰਦਾ ਜੇ 20 ਦੇ 30 ਕਮਾਊਗਾ ਭਾਜੀ, 10 ਤਾਂ ਆਪਣੇ ਘਰੇ ਦਵੇ ਨਾ ਪਹਿਲਾਂ। ਠੀਕ ਹੈ, ਵੀ ਮੈਂ ਭਾਈ 20 ਲਏ ਸੀ ਤਾਂ ਉਤੋਂ 10 ਮੋੜ ਦਿੰਦਾ, 10 ਮੈਂ ਅਗਲੇ ਪ੍ਰੋਜੈਕਟ ਤੇ ਲਾਉਂਗਾ। ਜਦੋਂ ਤੁਹਾਨੂੰ ਕੁਛ ਆਊਗਾ ਨਹੀਂ, ਫਿਰ ਤੁਹਾਤੋਂ ਉਹ ਲੋਕ ਕਹਿੰਦੇ ਬਾਈ ਉਹ ਜਿਹਾ ਤੇਜ਼ਾਬ ਵਰਗਾ ਗਾਣਾ ਬਣਾ ਦੇ। ਮੈਂ ਕਿਹਾ ਬਾਈ ਕਿੱਥੋਂ ਬਣਾਉਂਦਾ? ਸੋ ਸਾਨੂੰ ਉਸ ਚੀਜ਼ ਦੀ ਜਿਹਨੂੰ ਕਹਿੰਦੇ ਆ ਘਾਟ ਰੜਕਦੀ ਰਹਿੰਦੀ ਹੈ ਚੰਗੀ ਗਾਇਕੀ ਨੂੰ। ਇਸੇ ਕਰਕੇ ਯੂਥ ਜਿਹੜਾ ਉਸ ਪਾਸੇ ਜਾਂਦਾ ਨਹੀਂ, ਤੇ ਕੋਈ ਗਾਉਂਦਾ, ਤੇ ਲੋਕਾਂ ਨੂੰ ਉਹੀ ਹੋਏ ਹੋਏ ਬੱਲੇ ਬੱਲੇ ਗੋਲੀਆਂ ਚਲਾ ਦੂੰ, ਮਾਰ ਦੂੰ, ਕਤਲ ਕਰ ਦੂੰ, ਆਹ ਕਰ ਦੂੰ, ਆਹ ਕਰੋ। ਬਿਫੋਰ ਆਈ ਰੈਪ ਅਪ, ਮੈਂ ਇੱਕ ਗੱਲ ਦੁਬਾਰਾ ਸਾਰੇ ਸਰੋਤਿਆਂ ਨੂੰ ਕਹਿਣਾ ਚਾਹਾਂਗਾ ਵੀ ਕਹਿੰਦੇ ਵੀ ਜੱਸੀ ਜਸਰਾਜ ਦਿਮਾਗ ਨਾਲੋਂ ਘੱਟ ਸੋਚਦਾ, ਉਹ ਦਿਲ ਤੋਂ ਜ਼ਿਆਦਾ ਸੋਚਦਾ। ਮੇਰੇ ਖਿਆਲ ਨਾਲ ਇਹੀ ਇੱਕ ਵਜ੍ਹਾ ਵੀ ਜਿਹਦੇ ਕਰਕੇ ਉਹਨੂੰ ਕਰਜ਼ਾ ਚੁੱਕ ਕੇ ਗਾਣਾ ਬਣਾਉਣਾ ਪੈ ਰਿਹਾ। ਕੋਈ ਪ੍ਰੋਡਿਊਸਰ ਜਿਹੜਾ ਕੋਈ ਚੰਗੀ ਸੋਚ ਰੱਖਣ ਵਾਲਾ ਹੋਵੇ, ਜਿਹੜਾ ਚਾਹੁੰਦਾ ਹੋਵੇ ਵੀ ਹਾਂ ਸਾਨੂੰ ਮਾਰਕੀਟ ਦੇ ਵਿੱਚ ਕੋਈ ਉਹੋ ਜਿਹਾ ਲੈ ਕੇ ਆਈਏ ਵੀ ਬੱਚਿਆਂ ਨੂੰ ਵੀ ਕੋਈ ਨਾ ਕੋਈ ਸਿੱਖ ਮਿਲ ਸਕੇ, ਤਾਂ ਜੱਸੀ ਜਸਰਾਜ ਨੂੰ ਜ਼ਰੂਰ ਕੰਟੈਕਟ ਕਰਨਾ। ਜੱਸੀ ਜੀ, ਜਾਣ ਤੋਂ ਪਹਿਲਾਂ ਲੋਕਡਾਊਨ ਤੋਂ ਬਾਅਦ ਦਾ ਕੋਈ ਨਵੇਂ ਪ੍ਰੋਜੈਕਟ ਜਿਹੜੇ ਸਾਂਝੇ ਕਰਨੇ ਚਾਹੋ? ਦੇਖੋ, ਲੋਕੀ ਕਹਿੰਦੇ ਆ ਵੀ ਦਿਮਾਗ ਤੋਂ ਘੱਟ ਕੰਮ ਲੈਂਦਾ। ਜੇ ਮੈਂ ਦਿਮਾਗ ਤੋਂ ਕੰਮ ਲੈਂਦਾ ਤੇ ਬਾਈ ਜੀ ਬਠਿੰਡੇ 2014 ਦੇ ਵਿੱਚ 10 ਕਰੋੜ ਤੋਂ ਬੋਲੀ ਸ਼ੁਰੂ ਹੋਈ ਸੀ ਮੇਰੀ। ਇੱਕ ਪਾਸੇ ਹਰਸਿਮਰਤ ਬਾਦਲ, ਅਕਾਲੀਆਂ ਦੀ ਸਰਕਾਰ, ਆਮ ਆਦਮੀ ਪਾਰਟੀ ਦੀ ਪੂਰੀ ਚੜ੍ਹਤ ਸੀ ਉਹ ਜੀ। 10 ਕਰੋੜ ਤੋਂ ਬੋਲੀ ਸ਼ੁਰੂ ਹੋਈ। ਦੂਜੇ ਪਾਸੇ ਇੱਕ ਪਾਸੇ ਕਾਂਗਰਸ ਤੋਂ ਮਨਪ੍ਰੀਤ ਬਾਦਲ, ਤੇ ਅਕਾਲੀਆਂ ਤੋਂ ਹਰਸਿਮਰਤ ਬਾਦਲ, ਮਜੀਠੀਆ ਦੀ ਭੈਣ ਸੁਖਬੀਰ ਬਾਦਲ ਦੀ ਘਰ ਵਾਲੀ, ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਨੂੰਹ, ਉਹਨਾਂ ਦੀ ਸਰਕਾਰ ਉਸ ਟਾਈਮ 10 ਕਰੋੜ ਤੋਂ ਬੋਲੀ। 10 ਕਿੰਨੇ ਚਾਹੀਦੇ, ਕਿੱਥੇ ਚਾਹੀਦੇ, ਮਿਲ ਜਾਣਗੇ, ਟਿਕ ਜਾ। ਤੇ ਬਾਈ ਜੀ ਜਦੋਂ ਉਹਨਾਂ ਨੇ ਧਮਕਾਉਣਾ ਸ਼ੁਰੂ ਕੀਤਾ, ਤੇ ਮੈਂ ਦਰਬਾਰ ਸਾਹਿਬ ਤੋਂ ਅੱਜ ਵੀ YouTube ਤੇ ਸਹੁੰ ਪਈ ਹੋਊਗੀ ਮੇਰੀ, ਨਾ ਵਿਕਾਂਗੇ, ਨਾ ਡਰਾਂਗੇ, ਨਾ ਭੱਜਾਂਗੇ, ਡਟ ਕੇ ਲੜਾਂਗੇ। ਤੇ ਜੇ ਦਿਮਾਗ ਤੋਂ ਕੰਮ ਲੈਂਦਾ, ਜਿਹੜੇ ਲੋਕ ਕਹਿੰਦੇ ਆ ਕਿ ਪਾਗਲ ਹੈ, ਜਜ਼ਬਾਤੀ ਹੈ, ਜੇ ਦਿਮਾਗ ਤੋਂ ਕੰਮ ਲੈਂਦਾ ਬਾਈ ਜੀ ਮੇਰੇ ਲਈ ਤਾਂ 10 ਬਹੁਤ ਸੀ। ਠੀਕ ਹੈ, ਜੇ ਮੈਂ ਉਹਨਾਂ ਨੂੰ 15-20 ਕਹਿੰਦਾ ਉਹ ਵੀ ਆ ਜਾਂਦੇ। ਪਰ ਬਾਈ ਜੀ ਆ ਜਿਹੜੀ ਧੌਣ ਚੱਕੀ ਹੋਈ ਹੈ, ਠੀਕ ਹੈ, ਇਹ ਅੱਜ ਓਨਰ ਨਾਲ ਖੜੀ ਹੈ ਨਾ, ਇਹ ਅੱਜ ਕਿਸੇ ਦੇ ਗੁਲਾਮ ਨਹੀਂ ਹੈਗੇ। ਕਿਸੇ ਨੇ ਸਾਨੂੰ ਵੋਟੀ ਪਾਈ,
ਜੇ ਤੁਸੀਂ ਕੁੱਤੇ ਨੂੰ ਹੱਡੀ ਪਾਉਂਦੇ ਹੋ ਤਾਂ ਕੁੱਤਾ ਤੁਹਾਡੇ ਪੈਰ ਚੁੰਮਦਾ, ਪੂੰਛ ਲਾਉਂਦਾ ਨਾ ਜੀ। ਤੇ ਅਸੀਂ ਉਹ ਨਹੀਂ ਬਣੇ। ਇਹਨੂੰ ਕਹਿੰਦੇ ਆ, ਜੇ ਦਿਮਾਗ ਤੋਂ ਕੰਮ ਲੈਣਾ ਇਹ ਹੈ ਤਾਂ ਮੈਨੂੰ ਐਸਾ ਦਿਮਾਗ ਨਹੀਂ ਚਾਹੀਦਾ, ਮੈਂ ਜਜ਼ਬਾਤੀ ਠੀਕ ਹੈ। ਜੇ ਜਜ਼ਬਾਤੀ ਹੋਣ ਦੇ ਬਾਵਜੂਦ ਜਿਹੜਾ ਪ੍ਰੋਜੈਕਟ ਕੀਤਾ, ਚਾਹੇ ਤੇਜ਼ਾਬ 1984, ਚਾਹੇ ਨੈਸ਼ਨਲ ਵਿਲੇਜਰ 1, ਚਾਹੇ ਬਿੱਕਰ ਬਾਈ ਸੈਂਟੀਮੈਂਟਲ ਫਿਲਮ, ਚਾਹੇ ਟੈਕਸੀ ਗਾਣਾ, ਤੇ ਚਾਹੇ ਜਿਹੜਾ ਹੁਣ ਕਰ ਰਹੇ ਆ, ਚਾਹੇ ਕੇਜਰੀਵਾਲ ਨੂੰ ਇਨਕਲਾਬ ਤੇ ਇਨਕਲਾਬ 2 ਇਨਕਲਾਬੀ गाने भी लिख के तो गा के देते, जिन्होंने केजरीवाल ने आप माना कि मुख्यमंत्री बनाने में इसके गानों का बहुत बड़ा योगदान है, इसकी स्पीचेस का बहुत बड़ा योगदान है। वो जज्बाती स्पीचेस, जज्बाती सॉन्ग्स ने चीफ मिनिस्टर तक बनाए। ਉਹਨਾਂ ਨੂੰ ਜਿਹੜਾ ਕੋਈ ਸਾਡੇ ਤੇ ਵਿਸ਼ਵਾਸ ਇਨਵੈਸਟ ਕਰੂਗਾ, ਲੋਕਾਂ ਨੇ ਫਿਲਮ ਕਿਉਂ ਦੇਖਣ ਆਉਣੀ ਹੈ? ਉਹ ਜਜ਼ਬਾਤੀ ਤੌਰ ਤੇ ਦੇਖਣ ਆਉਣੀ ਹੈ। ਲੋਕੀ ਦਿਮਾਗੀ ਤੌਰ ਤੇ ਨਹੀਂ ਸੋਚਦੇ, ਉਹ ਜਜ਼ਬਾਤੀ ਹੋ ਕੇ ਫਿਲਮ ਦੇਖਣ ਆਉਣੇ। ਭਾਈ ਬਹੁਤ ਸੋਹਣੀ ਫਿਲਮ ਹੈ ਯਾਰ, ਵਰਡ ਆਫ ਮਾਊਥ ਨਾਲ ਗੱਲ ਚੱਲਦੀ ਹੈ। ਤੇ ਜਦੋਂ ਪੈਸਾ ਰਿਕਵਰ ਹੋ ਜਾਣਾ, ਜਿਹਨੇ ਲਾਉਣਾ ਆ ਰਿਕਵਰ ਕਰਕੇ ਦੇਣਾ ਸਾਡਾ ਕੰਮ ਹੈ। ਤੇ ਹੁਣ ਸਾਨੂੰ ਪਤਾ, ਹੁਣ ਇਹ ਹਾਲੇ ਕਿ ਆ ਮੇਰਾ ਗਾਣਾ ਆਇਆ ਨਹੀਂ, ਪਰ ਫਿਰ ਵੀ ਪੀਪਲ ਹੈਵ, ਇੰਡਸਟਰੀ ਹੈਵ ਸ਼ੋਨ ਦਾ ਇੰਟਰਸਟ ਇਨ ਮੀ, ਐਂਡ ਮੇਬੀ ਵਿਦਿਨ ਦ ਕਮਿੰਗ ਡੇਜ਼ ਸਾਡਾ ਜ਼ੰਜੀਰ 2 ਐਲਬਮ ਵੀ ਆਊਗੀ, ਕਿਉਂਕਿ ਕਮਰਸ਼ੀਅਲ ਵੀ ਗਾਵਾਂਗੇ। ਕੱਲੇ ਦੇਖੋ ਸੋਸ਼ਲ ਮੈਸੇਜ ਵਾਲੇ ਗਾਣਿਆਂ ਚੋਂ ਜੇ ਤਾਂ ਜਨਤਾ ਨੇ ਸਹਿਯੋਗ ਤੇ ਦਸਵੰਧ ਦਿੱਤਾ, ਫਿਰ ਤਾਂ ਇਹੋ ਜਿਹੇ ਗਾਣੇ ਵੀ ਕਰਾਂਗੇ, ਪਰ ਕਮਰਸ਼ੀਅਲ ਵੀ ਕਰਾਂਗੇ, ਕਿਉਂਕਿ ਘਰ ਦੀ ਰੋਜ਼ੀ ਰੋਟੀ ਵੀ ਚਲਾਉਣੀ ਹੈ। ਸੋ ਵੀ ਵਿਲ ਟਰਾਈ ਆਰ ਲੈਵਲ ਬੈਸਟ। ਬਾਕੀ ਨੈਸ਼ਨਲ ਵਿਲੇਜਰ 2 ਮੂਸਾ ਦਾ ਫਿਲਮ 18 ਤਰੀਕ ਨੂੰ ਸਾਡੇ ਚੈਨਲ ਜੱਸੀ ਜਸਰਾਜ YouTube ਤੇ ਰਿਲੀਜ਼ ਹੋ ਰਹੀ ਹੈ। ਮੇਰਾ ਪੇਜ www.facebook.com/ਜਸਰਾਜ ਜੱਸੀ ਹੈ। ਗਾਣਾ ਦੇਖਣ ਤੋਂ ਬਾਅਦ ਤੁਹਾਡੀ ਕੀ ਪ੍ਰਤੀਕਿਰਿਆ ਹੈ, ਜਿੱਥੇ ਵੀ ਤੁਸੀਂ ਦੁਨੀਆ 'ਚ ਵਾਸਤੇ ਬੈਠੇ ਹੋ, ਉਹ ਪ੍ਰਤੀਕਿਰਿਆ ਸਾਡੇ ਕਮੈਂਟਸ ਦੇ ਰੂਪ 'ਚ ਜ਼ਰੂਰ ਦਿਓ। ਜੇ ਤੁਹਾਨੂੰ ਇਹ ਛੋਟੀ ਜਿਹੀ ਫਿਲਮ ਇੱਕ ਤਰ੍ਹਾਂ ਦਾ ਇੱਕ ਟ੍ਰੇਲਰ ਹੈ, ਕਿ ਜੇ ਛੋਟੀ ਜਿਹੀ ਫਿਲਮ 'ਚ ਮੈਂ ਜਾਂ ਮੇਰੀ ਟੀਮ, ਸਾਡਾ ਜਿਹੜਾ ਕੰਬਾਈਨਡ ਐਫਰਟ ਹੈ, ਅਗਰ ਤੁਹਾਡੀ ਆਤਮਾ ਨੂੰ ਝੰਜੋੜ ਗਿਆ, ਤਾਂ ਵੱਡੇ ਲੈਵਲ ਤੇ ਅਸੀਂ ਦੁਬਾਰਾ ਬਿੱਕਰ ਬਾਈ 2, ਜ਼ੰਜੀਰ 2 ਤੇ ਹੋਰ ਗਾਣੇ ਜਿਹੜੇ ਹੈਗੇ ਆ ਉਹ ਲੈ ਕੇ ਆਵਾਂ, ਫਿਲਮਾਂ ਲੈ ਕੇ ਆਵਾਂ। ਮੈਂ ਸ਼ੁਕਰਗੁਜ਼ਾਰ ਹਾਂ ਸਭ ਤੋਂ ਪਹਿਲਾਂ ਤਾਂ ਵਰਿੰਦਰ ਸਰਾਂ ਦਾ, ਜਿਨ੍ਹਾਂ ਕਰਕੇ ਤੁਹਾਨੂੰ ਮਿਲਣ ਦਾ ਮੌਕਾ ਮਿਲਿਆ, ਤੁਹਾਡੇ ਨਾਲ ਗੱਲਬਾਤ ਕਰਨ ਦਾ ਇਹ ਮੌਕਾ ਮਿਲਿਆ। ਵਰਿੰਦਰ ਸਰਾਂ ਜੀ ਦਾ ਮੈਂ ਵੀ ਬਹੁਤ ਧੰਨਵਾਦੀ ਹਾਂ ਜੀ। ਉਹਨਾਂ ਨੇ ਉਦੋਂ ਵੀਡੀਓ ਦੇ ਵਿੱਚ ਸਾਡੀ ਹਰ ਪੱਖੋਂ ਫਾਈਨੈਂਸ਼ੀਅਲੀ ਵੀ ਬਹੁਤ ਸਪੋਰਟ ਕੀਤੀ, ਤੇ ਵੈਸੇ ਵੀ ਆਪਣੀਆਂ ਦਿਹਾੜੀਆਂ ਤੋੜ ਕੇ ਉਹ ਚਾਹੁੰਦੇ ਸੀਗੇ ਕਿ ਗਾਣਾ ਵਧੀਆ ਸ਼ੂਟ ਹੋਵੇ। ਸੋ ਆਈ ਐਮ ਰੀਅਲੀ ਥੈਂਕਫੁਲ ਟੂ ਹਿਮ। ਜੇ ਵਕਤ ਦੀ ਮੇਰੇ ਕੋਲ ਇਸ ਵੇਲੇ ਪਾਬੰਦੀ ਨਾ ਹੁੰਦੀ ਤਾਂ ਸ਼ਾਇਦ ਮੈਂ ਕੰਟੀਨਿਊ ਰੱਖਦਾ, ਇੰਟਰਵਿਊ ਚੱਲਦੇ ਚਲੇ ਜਾਂਦੇ, ਕਿਉਂਕਿ ਤੁਹਾਡੇ ਵੀ ਉੱਥੇ ਬਹੁਤ ਰਾਤ ਹੋ ਚੁੱਕੀ ਹੈ ਇਸ ਵੇਲੇ, ਤੇ ਆਈ ਵੁੱਡ ਟੇਕ ਯੂਅਰ ਪਰਮਿਸ਼ਨ ਟੂ ਗੋ। ਜੀ ਹਾਂ, ਅੱਜ ਅਸੀਂ ਜੱਸੀ ਜਸਰਾਜ ਨਾਲ ਕੀਤੀਆਂ ਗੱਲਾਂ, ਤੇ ਬੜੀ ਜਲਦੀ ਇਹਨਾਂ ਦਾ ਆਉਣ ਵਾਲਾ ਹੈ ਗੀਤ। ਮੈਂ ਤੁਹਾਡਾ ਨਵਦੀਪ। ਜੱਸੀ ਜੀ, ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਪਿਆਰ ਭਰੀ ਨਿੱਘੀ। One-stop answer to your Australian education and visa matters. Gemco Sydney. Dream big, achieve big. Fiji Times. Be with the times.